सत श्री अकाल, तुसीं वेख रहे हो पंजाब मिल USA TV। मैं हाँ मोहित रूबल। मैं हाँ वरुण कौर मान लेके हाजिर हाँ प्रोग्राम मुद्दा। दोस्तों 49 दिन ਜਿਹੜੇ ਨੇ ਹੋ ਚੁੱਕੇ ਨੇ ਕਿਸਾਨੀ ਅੰਦੋਲਨ ਨੂੰ, ਜੋ ਕਿ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਨੇ ਤੇ 65 ਤੋਂ ਵੱਧ ਜਿਹੜੇ ਸਾਡੇ ਕਿਸਾਨ ਨੇ ਉੱਥੇ ਸ਼ਹੀਦ ਹੋ ਚੁੱਕੇ ਨੇ। ਸਰਕਾਰ ਜੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਕਰ ਰਹੀ ਸਨ ਕਿ ਹਾਂ ਬਈ ਜਿਹੜਾ ਸਾਡਾ ਸਾਰਾ ਅੰਦੋਲਨ ਹੈ ਉਸ ਨੂੰ ਠੰਡਾ ਕਰ ਦਿਓ, ਉਸ ਨੂੰ ਬੰਦ ਕਰ ਦਿਓ, ਉਸ ਨੂੰ ਖਤਮ ਕਰ ਦਿਓ। ਜਦੋਂ ਉਹਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਵਰੁਣ, ਤਾਂ ਉਸਨੇ ਹੁਣ ਸਹਾਰਾ ਲੈ ਲਿਆ ਸੁਪਰੀਮ ਕੋਰਟ ਦਾ। ਸੁਪਰੀਮ ਕੋਰਟ ਜੋ ਕਿ ਪਿਛਲੇ 50 ਦਿਨਾਂ ਤੋਂ ਚੁੱਪਚਾਪ ਬੈਠੀ ਸੀਗੀ, ਅਚਾਨਕ ਉਸ ਨੂੰ ਪਹਿਲਾਂ ਕਰੋਨਾ ਯਾਦ ਆਉਂਦਾ ਹੈ ਕਿ ਹਾਂ ਵੀ ਤਬਲੀਗੀ ਜਮਾਤ ਵਰਗਾ ਹਾਲਾਤ ਨਾ ਹੋ ਜੇ। ਫਿਰ ਉਸ ਤੋਂ ਬਾਅਦ ਕਹਿੰਦੇ ਨੇ ਕਿ ਹਾਂ ਵੀ ਸਾਡੇ ਬਜ਼ੁਰਗ ਬੈਠੇ ਨੇ, ਸਾਡੇ ਬੱਚੇ ਬੈਠੇ ਨੇ, ਸਾਡੀਆਂ ਮਾਵਾਂ ਉੱਥੇ ਬੈਠੀਆਂ ਨੇ, ਸੋ ਜਿਹੜਾ ਅੰਦੋਲਨ ਹੈ ਇਸ ਨੂੰ ਹੁਣੇ ਖਤਮ ਕਰ ਦਿਓ। ਤੇ ਉਹਨਾਂ ਨੇ ਤਾਂ ਸਟੇ ਵੀ ਲਗਾ ਦਿੱਤਾ, ਕਹਿੰਦੇ ਸਾਡੇ ਨੈਕਸਟ ਕਿਸੇ ਵੀ ਐਲਾਨ ਤੱਕ, ਨੈਕਸਟ ਜੋ ਆਪਾਂ ਹੁਕਮ ਸੁਣਾਉਂਦੇ ਆ ਉਸ ਤੋਂ ਪਹਿਲਾਂ ਜਿਹੜਾ ਪੂਰਾ ਕਾਨੂੰਨ ਹੈ ਉਹ ਸਟੇ 'ਤੇ ਰਿਹਾ, ਮਤਲਬ ਕਿ ਲਾਗੂ ਨਹੀਂ ਹੋਣਗੇ। ਸੋ ਅਚਾਨਕ ਇੱਦਾਂ ਕਰਕੇ ਉੱਠ ਜਾਣਾ, ਹੁਣ ਹਰ ਕੋਈ ਇਨਸਾਨ ਜਿਹੜਾ ਹੈ ਉਹ ਇਹੀ ਸੋਚ ਰਿਹਾ ਕਿ ਬਈ ਹੁਣ ਜਿਹੜੀ ਕੇਂਦਰ ਦੀ ਭਾਸ਼ਾ ਹੈ ਹੁਣ ਸੁਪਰੀਮ ਕੋਰਟ ਬੋਲ ਰਹੀ ਹੈ। ਪਰਸੋਂ ਜਦੋਂ ਸੁਪਰੀਮ ਕੋਰਟ ਨੇ ਪਹਿਲੀ ਵਾਰੀ ਪਟੀਸ਼ਨ ਉੱਪਰ ਜਦੋਂ ਜਵਾਬ ਦੇਣਾ ਸੀਗਾ, ਜਦੋਂ ਗੱਲਬਾਤ ਕੀਤੀ, ਤਾਂ ਹਰ ਕੋਈ ਇਨਸਾਨ ਜਿਹੜਾ ਇਸ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਲ ਖੜਾ, ਉਹ ਬੜਾ ਖੁਸ਼ ਹੋ ਗਿਆ ਕਿ ਹਾਂ ਬਈ ਜਿਹੜੀ ਸੁਪਰੀਮ ਕੋਰਟ ਹੈ ਉਹਨਾਂ ਨੇ ਨਾ ਕਿਸਾਨਾਂ ਦੀ ਗੱਲ ਕੀਤੀ ਹੈ, ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ, ਕੇਂਦਰ ਨੂੰ ਫਟਕਾਰ ਲਗਾਈ ਹੈ। ਪਰ ਇੱਕ ਦਿਨ ਰਵੱਈਆ ਗੁੱਸੇ ਵਾਲਾ ਕਰਕੇ ਦੂਜੇ ਦਿਨ ਫਿਰ ਉਹਨਾਂ ਨੇ ਦਿਖਾ ਦਿੱਤਾ ਕਿ ਹਾਂ ਵੀ ਪਿੱਛੋਂ ਜਿਹੜਾ ਹੱਥ ਮਿਲਿਆ ਹੋਇਆ ਉਹ ਤਾਂ ਕੇਂਦਰ ਨਾਲ ਮਿਲਿਆ ਹੋਇਆ, ਤਾਂ ਹੀ ਕੇਂਦਰ ਦੀ ਭਾਸ਼ਾ ਬੋਲੀ ਹੈ ਕੱਲ ਫਿਰ ਸੁਪਰੀਮ ਕੋਰਟ ਨੇ। ਹਲੇ ਵੀ ਕੁਝ ਜਿਹੜੇ ਕੇਂਦਰ ਸਰਕਾਰ ਦੇ ਮੰਤਰੀ ਹਨ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਜਿੰਨੇ ਵੀ ਕਿਸਾਨ ਹੈ ਆਪਣੇ ਆਪਣੇ ਘਰਾਂ ਨੂੰ ਚਲੇ ਜਾਣ, ਜਿਹੜੇ ਬਿੱਲ ਹੈ ਉਹਨਾਂ ਦਾ ਹੱਲ ਹੁੰਦਾ ਰਹੇਗਾ, ਬਜ਼ੁਰਗ ਹੈ ਜਿਹੜੇ ਉਹਨਾਂ ਨੂੰ ਘਰਾਂ ਨੂੰ ਭੇਜ ਦੇਣਾ ਚਾਹੀਦਾ ਹੈ, ਜਿਹੜੇ ਬੱਚੇ ਨੇ ਉਹਨਾਂ ਨੂੰ ਘਰਾਂ ਨੂੰ ਭੇਜ ਦੇਣਾ ਚਾਹੀਦਾ ਹੈ। ਪਰ ਮਸਲਾ ਇੱਥੇ ਇਹ ਹੈ, ਇਹ ਅੰਦੋਲਨ ਨੂੰ ਵਿਖਾਰ ਦੇਣਾ ਚਾਹੁੰਦੇ ਨੇ। ਸਭ ਤੋਂ ਔਖਾ ਹੁੰਦਾ ਹੈ ਜਨਤਾ ਨੂੰ ਇਕੱਠੇ ਕਰਨਾ। ਉਹਨਾਂ ਨੂੰ ਪਤਾ ਹੈ ਕਿ ਹੁਣ ਸਾਰੇ ਇਕੱਠੇ ਹੋਏ ਨੇ ਔਰ ਇਹ ਹਿੱਲਣ ਵਾਲੇ ਨੇ, ਕਿਸੇ ਤਰੀਕੇ ਦੇ ਨਾਲ ਕੋਈ ਵੀ ਹੀਲਾ ਵਸੀਲਾ ਕਰਕੇ ਇਹਨਾਂ ਨੂੰ ਵੱਖ ਕਰ ਦਿੱਤਾ ਜਾਵੇ। ਚਾਹੇ ਬਿੱਲਾਂ ਨੂੰ ਹੋਲਡ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਠੰਡ ਦਾ ਵਾਸਤਾ ਦੇ ਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਘਰ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ, ਕਿ ਕਿਸੇ ਤਰੀਕੇ ਦੇ ਨਾਲ ਇਹ ਅੰਦੋਲਨ ਹੁਣ ਇੱਥੋਂ ਉਠਾ ਦਿੱਤਾ ਜਾਵੇ ਤੇ ਬਾਅਦ ਦੇ ਵਿੱਚ ਜਿਹੜੇ ਆ ਹੌਸਲੇ ਟੁੱਟ ਜਾਣ ਔਰ ਕੋਈ ਵੀ ਇਕੱਠ ਹੈ ਜਿਹੜਾ ਉੱਥੇ ਨਾ ਹੋਵੇ। ਪਰ ਜਿੱਦਾਂ ਜਿੱਦਾਂ ਦਿਨ ਵੱਧ ਰਿਹਾ ਹੈ, ਮੈਨੂੰ ਤਾਂ ਇਸ ਗੱਲ ਤੇ ਕਦੇ ਕਦੇ ਹੈਰਾਨੀ ਵੀ ਹੁੰਦੀ ਹੈ, ਖੁਸ਼ੀ ਵੀ ਹੁੰਦੀ ਹੈ ਔਰ ਇਮੋਸ਼ਨਸ ਵੀ ਆਉਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਜੋਸ਼ ਦਿਨੋਂ ਦਿਨ ਵੱਧ ਰਿਹਾ ਹੈ। ਕਿਸੇ ਵੀ ਬੰਦੇ ਨੂੰ ਮਿਲ ਲਓ, ਉਹਨੂੰ ਇਹੀ ਲੱਗਦਾ ਹੈ ਕਿ ਨਹੀਂ ਹਲੇ ਤਾਂ ਦਿੱਲੀ ਦੂਰ ਹੈ। ਹਾਲਾਂਕਿ ਰੋਜ਼ ਦਿੱਲੀ ਗੇੜਾ ਵੱਜਣ ਲੱਗ ਗਿਆ, ਪਰ ਜਿਹੜੀ ਅਸਲੀ ਦਿੱਲੀ ਹੈ ਨਾ, ਕਾਨੂੰਨਾਂ ਨੂੰ ਰੱਦ ਕਰਾਉਣਾ, ਉਹ ਸਾਨੂੰ ਦੂਰ ਲੱਗ ਰਹੀ ਹੈ। ਤੇ ਜੀਵਨ ਦੇ ਵਿੱਚ ਇਹੋ ਜਿਹੀਆਂ ਔਕੜਾਂ ਅਕਸਰ ਆਉਂਦੀਆਂ ਰਹਿੰਦੀਆਂ ਨੇ, ਪਰ ਅਜਿਹੇ ਹਾਲਾਤ ਕਿਸੇ ਨੇ ਨਹੀਂ ਦੇਖੇ ਹੋਣੇ ਨਾ ਸੁਣੇ ਹੋਣੇ, ਕਿਉਂਕਿ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਨੇ, ਪੁਰਾਣੀਆਂ ਪੀੜ੍ਹੀਆਂ ਨੇ, ਉਹਨਾਂ ਤੋਂ ਸੁਣਦੇ ਆਏ ਹਾਂ ਕਿੱਦਾਂ ਅੰਦੋਲਨ ਲੱਗਦੇ ਹੁੰਦੇ ਸੀ, ਧਰਨੇ ਲੱਗਦੇ ਸੀ, ਲੋਕ ਆਪਣੇ ਹੱਕਾਂ ਲਈ ਲੜਦੇ ਹੁੰਦੇ ਸੀ। ਦੇਖੋ ਉਹੀ ਚੀਜ਼ਾਂ ਹੁਣ ਆਪਾਂ ਦੇਖ ਰਹੇ ਹਾਂ, ਉਹੀ ਸਰਹੱਦਾਂ ਤੇ ਹੋ ਰਹੀਆਂ ਨੇ। ਬਸ ਦੁੱਖ ਉਦੋਂ ਲੱਗਦਾ ਹੈ ਜਦੋਂ ਸ਼ਹੀਦ ਹੋ ਰਹੇ ਨੇ ਕਿਸਾਨ, ਕੋਈ ਠੰਡ ਨਾਲ ਹੋ ਰਿਹਾ ਹੈ, ਕਿਸੇ ਨੂੰ BP ਦੇ ਇਸ਼ੂ ਹੋ ਰਿਹਾ ਹੈ, ਪਰ ਜਿਹੜੇ ਆਤਮ ਹੱਤਿਆ ਕਰਦੇ ਨੇ ਉਹ ਬਹੁਤ ਦਿਲ ਨੂੰ ਠੇਸ ਪਹੁੰਚਦੀ ਹੈ। ਮੈਂ ਅਕਸਰ ਇਹ ਗੱਲ ਇਸ ਪ੍ਰੋਗਰਾਮ ਦੇ ਦੌਰਾਨ ਕਰਦੀ ਹਾਂ ਕਿ ਇਹ ਵੇਲਾ ਆਤਮ ਹੱਤਿਆ ਕਰਨ ਦਾ ਨਹੀਂ, ਇਹ ਸਰਕਾਰਾਂ ਨੂੰ ਜਵਾਬ ਦੇ ਕੇ ਸ਼ਹੀਦ ਹੋਣ ਦਾ ਹੋ ਸਕਦਾ ਹੈ, ਆਪਣੇ ਹੱਕਾਂ ਨੂੰ ਲੈਣ ਦਾ ਹੋ ਸਕਦਾ ਹੈ, ਪਰ ਆਤਮ ਹੱਤਿਆ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੁੰਦੀ, ਕਿਉਂਕਿ ਇਹਨਾਂ ਸਰਕਾਰਾਂ ਦੇ ਉੱਤੇ ਤੁਹਾਡੀਆਂ ਕੀਮਤੀ ਜਾਨਾਂ ਜਾਣ ਦਾ ਕੋਈ ਅਸਰ ਹੋ ਹੀ ਨਹੀਂ ਰਿਹਾ। ਇਹ ਕਿਸੇ ਤੋਂ ਲੁਕਿਆ ਹੀ ਨਹੀਂ ਹੋਇਆ। ਜੇ ਉਹਨਾਂ ਨੂੰ ਸਾਡੀਆਂ ਜਾਨਾਂ ਦੀ ਇੰਨੀ ਪਰਵਾਹ ਹੁੰਦੀ, ਉਹ ਇੰਨੇ ਕਾਨੂੰਨ ਗੰਦੇ ਲੈ ਕੇ ਆਉਂਦੀਆਂ ਹੀ ਨਾ। ਔਰ ਇੰਨੇ ਦਿਨਾਂ ਤੋਂ ਕਿਸਾਨ ਸ਼ਹੀਦ ਹੋ ਰਹੇ ਨੇ, ਕੋਈ ਵੀ ਲਫ਼ਜ਼ ਉਹਨਾਂ ਦੇ ਮੂੰਹੋਂ ਨਿਕਲ ਹੀ ਨਹੀਂ ਰਿਹਾ। ਸੋ ਦੋਸਤੋ, ਅੱਜ 13 ਜਨਵਰੀ ਹੈ, ਆ ਤਿਉਹਾਰ ਹੈ ਲੋਹੜੀ ਦਾ। ਉਹ ਦਿਨ ਜਿਸ ਦਿਨ ਅਸੀਂ ਸਾਰਾ ਜਿਹੜਾ ਪੰਜਾਬ ਹੈ ਉਸ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਉਂਦਾ ਹੈ, ਭੰਗੜੇ ਪਾਉਂਦਾ, ਲੋਹੜੀ ਮੰਗਣ ਜਾਂਦਾ, ਲੋਹੜੀ ਵੰਡਣ ਜਾਂਦਾ ਤੇ ਕਾਫੀ ਕੁਝ ਹੁੰਦਾ ਇਸ ਦਿਨ। ਪਰ ਬੜੀ ਅਫਸੋਸ ਵਾਲੀ ਗੱਲ ਹੈ ਕਿ ਪਿਛਲੇ ਸਾਡੇ ਜਿੰਨੇ ਵੀ ਫੈਸਟੀਵਲ ਨੇ ਪਿਛਲੇ 3-4 ਮਹੀਨਿਆਂ ਤੋਂ, ਅਸੀਂ ਸਾਰੇ ਅੰਦੋਲਨ ਕਰਦੇ ਗੁਜ਼ਾਰੇ ਨੇ। ਸੋ ਪਰ ਹੁਣ ਇੰਨਾ ਸਾਡਾ ਹਜੂਮ ਜਿਹੜਾ ਉੱਥੇ ਬੈਠਾ ਹੈ, ਉਸ ਟਾਈਮ ਲੋਹੜੀ ਜ਼ਰੂਰ ਬਾਲ ਰਿਹਾ ਹੈ ਨਾ, ਪਰ ਉਹ ਜਿਹੜੇ 3 ਖੇਤੀਬਾੜੀ ਜਿਹੜੇ ਕਾਨੂੰਨ ਨੇ ਉਹਨਾਂ ਦੀ ਜਿਹੜੀ ਕਾਪੀਆਂ ਨੇ ਉਹਨਾਂ ਨੂੰ ਬਾਲ ਰਿਹਾ। ਮਤਲਬ ਸਰਕਾਰ ਨੇ ਕਿਹੋ ਜਿਹੇ ਦਿਨ ਸਾਡੇ ਕੋਲ ਲਿਆ ਦਿੱਤੇ ਨੇ ਕਿ ਅਸੀਂ ਸਾਰੇ ਉੱਥੇ ਹੀ ਬੈਠੇ ਹੋਏ ਨੇ, ਹੈ ਨਾ। ਇੱਕ ਤੁਸੀਂ ਅੱਜ ਪੋਇਟਰੀ ਵੀ ਜਿਹੜੀ ਬਹੁਤ ਸੋਹਣੀ ਬੋਲੀ ਹੈ, ਉਹ ਆਪਾਂ ਦਰਸ਼ਕਾਂ ਨੂੰ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਵੱਖਰੇ ਪ੍ਰੋਗਰਾਮ ਦੇ ਵਿੱਚ। ਉਹਦੇ 'ਚ ਵੀ ਕਿੰਨਾ ਦਰਦ ਬਿਆਨ ਕੀਤਾ ਹੈ ਕਿ ਹਾਂ ਵੀ ਇਸ ਸਾਲ ਸਾਡੀ ਭਾਵੇਂ ਨਾ ਦੀਵਾਲੀ ਚੱਜ ਨਾਲ ਮਨਾ ਹੋਈ, ਨਾ ਗੁਰਪੁਰਬ ਅਸੀਂ ਚੱਜ ਨਾਲ ਮਨਾ ਪਾਏ ਹਾਂ, ਨਾ ਸਾਡਾ ਨਵਾਂ ਸਾਲ ਚੱਜ ਨਾਲ ਮਨਾ ਪਾਏ ਹਾਂ। ਕਿਸਾਨਾਂ ਨੇ ਤਾਂ ਬਈ ਹੁਣ ਇਹ ਕਹਿਤਾ ਕਿ ਬਈ ਲੋਹੜੀ ਦੀ ਗੱਲ ਕਰਦੇ ਹੋ, ਕਹਿੰਦੇ ਆਪਾਂ ਤਾਂ ਵਿਸਾਖੀ ਵੀ ਇੱਥੇ ਮਨਾ ਲਾਂਗੇ, ਪਰ ਆਪਾਂ ਹੱਕ ਜਿਹੜਾ ਹੈ ਉਹ ਅਸੀਂ ਲੈ ਕੇ ਵਾਪਸ ਜਾਵਾਂਗੇ। ਸੋ ਕੇਂਦਰ ਸਰਕਾਰ ਜੋ ਲਗਾਤਾਰ ਅਸੀਂ ਆਪਣੇ ਪਲੇਟਫਾਰਮ ਤੇ ਕਹਿੰਦੇ ਰਹਿੰਦੇ ਹਾਂ ਕਿ ਅੰਨੀ, ਗੂੰਗੀ, ਬਹਿਰੀ ਤੇ ਨਾਲ ਅਸੀਂ ਇੱਕ ਹੋਰ ਟਰਮ ਐਡ ਕੀਤੀ ਹੈ ਕਿ ਬੇਸ਼ਰਮ, ਕਿਉਂਕਿ ਵਾਕਈ ਬੇਸ਼ਰਮ ਹਰਕਤਾਂ। ਕਿਉਂਕਿ ਜਿਹੜੇ ਸਾਰੇ ਫੈਸਟੀਵਲ ਦੀ ਗੱਲ ਨਾ ਕਰੀਏ, ਇੱਕ ਇੱਕ ਦਿਨ ਉੱਥੇ ਰਹਿਣਾ ਕਿੰਨਾ ਔਖਾ ਹੈ। ਉਹ ਸਾਡੇ ਜਿਹੜੇ ਉੱਥੇ ਪੰਜਾਬੀ ਬੈਠੇ ਨੇ, ਪੂਰੀ ਫੈਮਿਲੀ ਉੱਥੇ ਬੈਠੀਆਂ ਨੇ, ਉਹਨਾਂ ਨੂੰ ਇੱਕ ਵਾਰੀ ਜਾ ਕੇ ਪੁੱਛੋ। ਕੱਲ੍ਹ ਮੈਂ ਖੈਰਾ ਸਾਹਿਬ ਨਾਲ ਪ੍ਰੋਗਰਾਮ ਕਰ ਰਿਹਾ ਸੀਗਾ ਮੁੱਦਾ, ਤੇ ਮੈਂ ਉਹਨਾਂ ਨੂੰ ਕਿਹਾ ਕਿ ਬਈ ਜਿਹੜੇ 65 ਲੋਕੀ ਜਿਹੜੇ ਗਏ ਨਾ, ਜਿਹੜੇ ਸ਼ਹੀਦ ਹੋ ਗਏ ਨੇ,
ਤੁਸੀਂ ਉਹਨਾਂ ਦੇ ਕਿਸੇ ਵੀ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਕੇ ਪੁੱਛੋ ਕਿ ਹਾਂ ਬਈ ਤੁਸੀਂ ਖੁਸ਼ ਹੋ, ਤੁਸੀਂ ਇਸ ਕਾਨੂੰਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ। ਤਾਂ ਮੈਂ ਕਿਹਾ ਤੁਹਾਨੂੰ ਬੋਲਣ ਦੀ ਸੁਣਨ ਦੀ ਲੋੜ ਨਹੀਂ ਪੈ ਜਾਊਗੀ, ਤੁਹਾਨੂੰ ਸਾਫ਼ ਸਮਝ ਆ ਜਾਊਗਾ, ਉਹਨਾਂ ਦਾ ਦਰਦ ਸਮਝ ਆ ਜਾਊਗਾ। ਪਰ ਇੰਨਾ ਚੀਕ ਕੇ ਮੈਂ ਕਹਿੰਦਾ ਤਾਂ ਵੀ ਨਹੀਂ ਅਗਰ ਸਮਝ ਆਉਂਦੇ ਆ ਤਾਂ ਬਈ ਹੱਦ ਹੁੰਦੀ ਹੈ। भैंस के आगे बीन सुनते आए सी, पढ़ते आए सी, देख भी लिया। ਤੇ ਪਰ ਇਹ ਹੈ ਕਿ ਚਲੋ ਇਹ ਜਿਹੜੀ ਬੀਨ ਹੈ ਇਹਨੂੰ ਵਜਾਉਣ ਵਾਲੇ ਬੜੇ ਤਾਕਤਵਰ ਨੇ, ਉਹਨਾਂ ਨੂੰ ਸੁਣਾਉਣੀ ਆਉਂਦੀ ਹੈ ਔਰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਅੰਦਰੋਂ ਸਰਕਾਰ ਹਿੱਲੀ ਵੀ ਹੋਈ ਹੈ। ਲੋਹੜੀ ਦਾ ਤਿਉਹਾਰ ਹੈ, ਹਰ ਤਿਉਹਾਰ ਉਸ ਬਾਰਡਰ ਦੇ ਉੱਤੇ ਮੰਨਣ ਲੱਗ ਗਿਆ। ਹਰ ਤਿਉਹਾਰ ਦੇ ਨਾਲ ਕਿਸਾਨਾਂ ਦਾ ਜਿਹੜਾ ਨਾਮ ਹੈ ਜੁੜ ਗਿਆ, ਕਿਸਾਨੀ ਅੰਦੋਲਨ ਦਾ ਨਾਮ ਜੁੜ ਗਿਆ। ਇਹ ਪਹਿਲਾਂ ਹੀ ਤਿਆਰੀਆਂ ਕਰ ਚੁੱਕੇ ਨੇ, ਅਸੀਂ ਮਾਨਸਿਕ ਤੌਰ ਤੇ ਵੀ ਤਿਆਰ ਹੋ ਚੁੱਕੇ ਹਾਂ ਤੇ ਅੰਦਰੂਨੀ ਤੌਰ ਤੇ ਵੀ ਸਟਰੋਂਗ ਹੋ ਚੁੱਕੇ ਹਾਂ ਕਿ ਜਿੰਨੀ ਦੇਰ ਤੱਕ ਫੈਸਲੇ ਹੱਕਾਂ ਦੇ ਵਿੱਚ ਨਹੀਂ ਹੁੰਦੇ ਉਨੀ ਦੇਰ ਤੱਕ ਅਸੀਂ ਜਿੰਨੇ ਵੀ ਤਿਉਹਾਰ ਨੇ ਜਾਂ ਕੋਈ ਵੀ ਸਾਡੇ ਦਿਨ ਨੇ ਬਾਰਡਰ ਤੇ ਬੈਠੇ ਹੋਏ ਕਿਸਾਨਾਂ ਦੇ ਨਾਲ ਮਨਾਵਾਂਗੇ। ਔਰ ਲੋਹੜੀ ਦਾ ਜਿਹੜਾ ਤਿਉਹਾਰ ਹੈ ਅੱਜ ਬਹੁਤ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਅੱਗੇ ਪੁੱਤਰ ਜੰਮਣ ਦੀ ਖੁਸ਼ੀ ਤੇ ਮੰਨਦਾ ਹੁੰਦਾ ਸੀ, ਫਿਰ ਸਮਾਂ ਬਦਲਿਆ, ਧੀਆਂ ਜੰਮਣ ਦੀ ਖੁਸ਼ੀ ਤੇ ਉੱਤੇ ਮੰਨਣ ਲੱਗਿਆ ਤੇ ਅੱਜ ਸਮੇਂ ਨੇ ਇੱਕ ਵਾਰੀ ਫਿਰ ਤੋਂ ਕਰਵਟ ਲਈ ਹੈ, ਰੁੱਖ ਬਦਲਿਆ ਹਵਾਵਾਂ ਦਾ ਔਰ ਸਮੇਂ ਦਾ। ਇਹ ਤਿਉਹਾਰ ਕਿਸਾਨ ਅੰਦੋਲਨ ਦੇ ਨਾਲ ਜੁੜ ਗਿਆ ਹੈ ਕਿਉਂਕਿ ਅੱਜ ਦੀ ਜਿਹੜੀ ਧੂਣੀ ਹੈ ਉਸ ਕਿਸਾਨ ਅੰਦੋਲਨ ਦੇ ਦੌਰਾਨ ਜਿਹੜਾ ਧੂਣਾ ਬਣਨਾ ਹੈ ਉਸ ਦੇ ਵਿੱਚ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਨੂੰ ਸਾੜਿਆ ਜਾਣਾ ਹੈ, ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਸਾੜਿਆ ਜਾਣਾ ਹੈ। ਔਰ ਅਸੀਂ ਤਾਂ ਹੀ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਲੋਹੜੀ ਹੈ ਇਸ ਦੇ ਅੱਗੇ ਦੁਆ ਮੰਗਦੇ ਹਾਂ ਕਿ ਆਉਂਦੇ ਸਾਲ ਖੁਸ਼ੀਆਂ ਵਾਲੀ ਲੋਹੜੀ ਪਾਈਏ, ਬਸ ਸਾਡੇ ਕਿਸਾਨਾਂ ਨੂੰ ਉਹਨਾਂ ਦੇ ਬਣਦੇ ਹੋਏ ਹੱਕ ਮਿਲ ਜਾਣ। ਔਰ ਕਹਿਣਾ ਸੌਖਾ ਆ ਕਿ ਉੱਥੇ ਲੋਹੜੀ ਮਨਾ ਲਈ, ਜੋਸ਼ ਤੇ ਜਜ਼ਬਾ ਤਾਂ ਹੈ ਪਰ ਹਿੰਮਤ ਬੜੀ ਚਾਹੀਦੀ ਆ ਬੰਦੇ ਨੂੰ। ਕਿਤੇ ਤਾਂ ਚੇਤੇ ਆਉਂਦਾ ਹੀ ਹੈ ਨਾ ਕਿ ਪਿੱਛੇ ਉਹਦਾ ਟੱਬਰ ਬੈਠਾ ਆ, ਅਸੀਂ ਅੱਜ ਆਪਣੇ ਘਰਾਂ ਦੇ ਵਿੱਚ ਲੋਹੜੀ ਨਹੀਂ ਪਾ ਰਹੇ, ਪਰ ਫਿਰ ਵੀ ਮੈਂ ਕਹਿੰਦੀ ਸਲੂਟ ਹੈ ਸਾਡੇ ਉਹਨਾਂ ਜਾਂਬਾਜ਼ਾਂ ਨੂੰ ਜਿਹੜੇ ਇੰਨੇ ਡਟ ਕੇ ਹਰ ਮੁਸ਼ਕਿਲ ਦਾ ਸਾਹਮਣਾ ਕਰਦੇ ਹੋਏ ਬੜੇ ਹੈਪੀਲੀ ਇਹਨਾਂ ਸਭ ਚੀਜ਼ਾਂ ਚੋਂ ਗੁਜ਼ਰ ਰਹੇ ਆ। ਜੀ ਵਰੁਣ, ਅਸੀਂ ਜਿਵੇਂ ਪਹਿਲਾਂ ਗੱਲ ਕੀਤੀ ਕਿ ਜਿਹੜੀ ਚੀਜ਼ ਕੇਂਦਰ ਕਰਨਾ ਚਾਹੁੰਦੀ ਸੀ ਤਾਰਪੀਡੋ, ਉਹ ਹੁਣ ਸੁਪਰੀਮ ਕੋਰਟ ਕਰ ਰਹੀ ਹੈ। ਸੁਪਰੀਮ ਕੋਰਟ ਨੇ ਇੱਕ ਜ਼ਬਰਦਸਤੀ ਕਹਿ ਸਕਦੇ ਹਾਂ ਕਿ ਇੱਕ ਕਮੇਟੀ ਬਣਾਉਣ ਦਾ ਇਹ ਫੈਸਲਾ ਕੀਤਾ ਹੈ। ਕਮੇਟੀ ਬਣਾ ਵੀ ਦਿੱਤੀ ਹੈ, 4 ਬੰਦੇ ਜਿਹੜੇ ਨੇ ਉਸ ਵਿੱਚ ਅਸ਼ੋਕ ਗੁਲਾਟੀ, BS ਮਾਨ, ਅਨਿਲ ਘਨਵਤ ਤੇ PK ਜੋਸ਼ੀ, ਇਹਨਾਂ 4 ਮੈਂਬਰਾਂ ਨੂੰ ਉਹਨਾਂ ਕਮੇਟੀ ਵਿੱਚ ਸ਼ਾਮਿਲ ਕਰ ਦਿੱਤਾ ਹੈ ਜੋ ਕਿ ਹੁਣ 2 ਮਹੀਨੇ ਪੂਰੀ ਮਤਲਬ ਆਪਣੀ ਰਿਸਰਚ ਕਰੇਗੀ, ਗੱਲਬਾਤ ਕਰੇਗੀ ਦੋਨੋਂ ਧਿਰਾਂ ਦੇ ਨਾਲ, ਕੇਂਦਰ ਦੇ ਨਾਲ ਤੇ ਕਿਸਾਨਾਂ ਦੇ ਨਾਲ। ਫਿਰ ਉਸ ਤੋਂ ਬਾਅਦ ਆਪਣੀ ਜਿਹੜੀ ਰਿਪੋਰਟ ਹੈ ਉਹ ਸੁਪਰੀਮ ਕੋਰਟ ਅੱਗੇ ਪੇਸ਼ ਕਰੇਗੀ। ਸੁਪਰੀਮ ਕੋਰਟ ਦੈਨ ਫੈਸਲਾ ਲਏਗਾ। ਜਦ ਕਿ ਜਿਹੜੇ ਕਿਸਾਨ ਨੇ ਉਹਨਾਂ ਨੇ ਪਹਿਲਾਂ ਤੋਂ ਕਹਿਤਾ ਸੀਗਾ ਕਿ ਬਈ ਸਾਡੀ ਜਿਹੜੀ ਲੜਾਈ ਹੈ, ਸਾਡਾ ਜਿਹੜੇ ਹੱਕਾਂ ਦੀ ਜਿਹੜੀ ਗੱਲ ਹੈ ਉਹ ਅਸੀਂ ਕਰ ਰਹੇ ਹਾਂ ਪ੍ਰਧਾਨ ਮੰਤਰੀ ਤੋਂ, ਉਹਨਾਂ ਦੀ ਕੇਂਦਰ ਸਰਕਾਰ ਤੋਂ, ਕਿਉਂਕਿ ਜਿਹੜੇ ਬਿੱਲ ਲੈ ਕੇ ਆਈਏ ਉਹ ਲੈ ਕੇ ਆਈਏ। ਸੁਪਰੀਮ ਕੋਰਟ ਬਿੱਲ ਨਹੀਂ ਲੈ ਕੇ ਆਈ, ਸੋ ਉਹਨਾਂ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੀ ਬਹੁਤ ਇੱਜ਼ਤ ਕਰਦੇ ਹਾਂ ਤੇ ਸੁਪਰੀਮ ਕੋਰਟ ਦੀ ਬਹੁਤ ਅਸੀਂ ਰਿਸਪੈਕਟ ਕਰਦੇ ਹਾਂ, ਬਟ ਹਾਂ ਸਾਡੀ ਲੜਾਈ ਸੁਪਰੀਮ ਕੋਰਟ ਦੇ ਨਾਲ ਨਹੀਂ ਹੈ। ਸੁਪਰੀਮ ਕੋਰਟ ਜਿਹੜੀ ਵੀ ਕਮੇਟੀ ਬਣਾਉਂਦੀ ਹੈ ਅਸੀਂ ਉਸ ਦਾ ਹਿੱਸਾ ਨਹੀਂ ਬਣਾਂਗੇ। ਕਾਰਨ ਇਹ ਹੈ ਕਿ ਅਗਰ ਉਹ ਹਿੱਸਾ ਬਣ ਜਾਂਦੇ ਨੇ, ਸੁਪਰੀਮ ਕੋਰਟ ਉਹਨਾਂ 'ਤੇ ਪ੍ਰੈਸ਼ਰ ਪਾਏਗਾ ਕਿ ਬਈ ਤੁਸੀਂ ਬਜ਼ੁਰਗਾਂ ਨੂੰ, ਮਾਵਾਂ ਨੂੰ, ਬੱਚਿਆਂ ਨੂੰ ਘਰਾਂ ਨੂੰ ਭੇਜ ਦਿਓ। ਤੇ ਜਿਹੜਾ ਇੰਨਾ ਵੱਡਾ ਜਿਹੜਾ ਉੱਥੇ ਮੈਂ ਕਹਿੰਦਾ ਇਕੱਠ ਹੋਇਆ ਉਹ ਸਾਰਾ ਘਰਾਂ ਨੂੰ ਚਲ ਜਾਏਗਾ। ਬਈ ਜੋ ਘਰਾਂ ਨੂੰ ਚਲ ਗਏ ਦੁਬਾਰਾ ਤੇ ਕੋਈ ਮੁੜਦਾ ਨਹੀਂ, ਦੁਬਾਰਾ ਉੱਥੇ ਕੋਈ ਇਕੱਠ ਹੋਣਾ ਨਹੀਂ। ਸੋ ਬੇਸਿਕਲੀ ਉਹ ਦੁਬਾਰਾ ਕਾਨੂੰਨ ਨੂੰ ਲਾਗੂ ਕਰ ਦੇਣ ਫਿਰ। ਸੋ ਕਿਸਾਨ ਜਿਹੜੇ ਨੇ ਉਹ ਸਮਝਦਾਰ ਨੇ, ਇਹੀ ਕਾਰਨ ਹੈ ਕਿ ਉਹਨਾਂ ਨੇ ਸ਼ੁਰੂ ਤੋਂ ਹੀ ਇਹੀ ਰੱਟ ਲਗਾਈ ਸੀਗੀ ਕਿ ਸਾਡੇ ਜਿਹੜੇ ਕਾਨੂੰਨ ਨੇ ਉਸ ਦਾ ਰੱਦ ਹੋਣੇ ਚਾਹੀਦੇ ਨੇ। ਭਾਵੇਂ ਉਹਨਾਂ ਨੇ ਪਹਿਲਾਂ ਕਿਹਾ ਹੋਵੇ ਯੈਸ ਜਾਂ ਨੋ, ਫਿਰ ਬਾਅਦ 'ਚ ਉਹਨਾਂ ਨੇ ਕਿਹਾ ਹੋਵੇਗਾ ਕਿ ਹਾਂ ਵੀ ਭਾਵੇਂ ਅਸੀਂ ਜਾਨਾਂ ਦੇ ਦਈਏ ਪਰ ਅਸੀਂ ਜਿੱਤਾਂਗੇ ਜਾਂ ਮਰਾਂਗੇ, ਹਨਾ। ਉਸ ਤੋਂ ਬਾਅਦ ਕਾਫੀ ਕਿਸਾਨਾਂ ਨੇ ਕਿਹਾ ਕਿ ਬਈ ਮਰਨ ਵਾਲੀ ਆਪਾਂ ਗੱਲ ਕਰਨੀ ਨਹੀਂ, ਅਸੀਂ ਤਾਂ ਜਿੱਤ ਕੇ ਜਾਣਾ, ਹਨਾ, ਹੌਂਸਲੇ ਨਾਲ ਜਿੱਤਣਾ, ਅਸੀਂ ਮਰਾਉਣ ਦੀ ਗੱਲ ਬਿਲਕੁਲ ਕਰਨੀ ਨਹੀਂ। ਵਾਕਈ ਸਹੀ ਗੱਲ ਆ, ਕਾਹਤੋਂ ਮਰਨਾ, ਹਨਾ। ਆਪਾਂ ਹੱਕ ਜਿਹੜੇ ਨੇ ਉਹ ਜਿੰਦੇ ਜਾਗਦੇ ਲੈ ਕੇ ਜਾਵਾਂਗੇ, ਤਾਂ ਹੀ ਆਪਣੇ ਪਰਿਵਾਰ ਨੂੰ ਦੱਸਾਂਗੇ ਕਿ ਹਾਂ ਵੀ ਅਸੀਂ ਜਿੱਤ ਕੇ ਮੁੜੇ ਹਾਂ। ਸੋ ਅਸੀਂ ਉਹ ਇਤਿਹਾਸ ਰਚਨਾ, ਇਤਿਹਾਸ ਵੱਲ ਲਗਾਤਾਰ ਵੱਧਦੇ ਜਾ ਰਹੇ ਹਾਂ। ਪਰ ਗੱਲ ਕਰੀਏ ਸੁਪਰੀਮ ਕੋਰਟ ਦੀ ਦੁਬਾਰਾ, ਤਾਂ ਸੁਪਰੀਮ ਕੋਰਟ ਨੇ ਜਿਹੜਾ ਕੰਮ ਕੀਤਾ ਕੋਈ ਚੰਗਾ ਕੰਮ ਨਹੀਂ ਕੀਤਾ, ਕਿਉਂਕਿ ਜਿਹੜੇ 4 ਬੰਦੇ ਜਿਹੜੇ ਨੇ ਜਿਹੜੀ ਕਮੇਟੀ ਵਿੱਚ ਸ਼ਾਮਿਲ ਕੀਤੇ ਗਏ ਨੇ, 4 ਹੀ ਆਪਣੇ ਅਲੱਗ-ਅਲੱਗ ਲੈਵਲ ਤੇ, ਚਾਹੇ ਨਿਊਜ਼ਪੇਪਰ ਜਾਂ ਫਿਰ ਨਿਊਜ਼ ਚੈਨਲ ਦੇ ਜ਼ਰੀਏ ਉਸ ਸਾਰੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਦੀ ਹਮਾਇਤ ਕਰ ਚੁੱਕੇ ਨੇ। ਸੋ ਜਿਹੜੇ ਹਮਾਇਤ ਕਰ ਚੁੱਕੇ ਨੇ ਉਹ ਕਿੱਦਾਂ ਕਿਸਾਨਾਂ ਦੀ ਗੱਲ ਪੂਰ ਲੈਣਗੇ। ਕਾਫੀ ਸਾਰੀ ਮੀਡੀਆ ਨੇ ਕੱਲ੍ਹ ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਜਦੋਂ ਮੀਟਿੰਗ ਹੋ ਰਹੀ ਸੀਗੀ, ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀਗੀ, ਉਹਨਾਂ ਤੋਂ ਪੁੱਛਿਆ ਗਿਆ ਕਿ ਹਾਂ ਵੀ ਤੁਸੀਂ ਸੁਪਰੀਮ ਕੋਰਟ ਦੀ ਰਿਸਪੈਕਟ ਨਹੀਂ ਕਰਦੇ। ਕਹਿੰਦੇ ਨਹੀਂ, ਇਹੋ ਜਿਹੀ ਤਾਂ ਗੱਲ ਹੀ ਨਹੀਂ, ਕਹਿੰਦੇ ਅਸੀਂ ਤਾਂ ਪਹਿਲਾਂ ਹੀ ਕਿਹਾ ਸੀਗਾ ਕਿ ਹਾਂ ਵੀ ਅਸੀਂ ਹਿੱਸਾ ਨਹੀਂ ਬਣਾਂਗੇ। ਫਿਰ ਕਿਸੇ ਨੇ ਪੁੱਛਿਆ ਕਿ ਬਈ ਜਿਹੜੇ 4 ਬੰਦੇ ਨੇ ਤੁਸੀਂ ਉਹਨਾਂ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਕਿ ਹਾਂ ਵੀ ਉਹ ਮਤਲਬ ਉਹ ਬਿੱਲਾਂ ਦੀ ਹਮਾਇਤ ਕਰ ਚੁੱਕੇ ਨੇ। ਕਹਿੰਦਾ ਉਹ ਤਾਂ ਗੱਲ ਹੈ ਕਿ ਹਮਾਇਤ ਕਰਦੇ ਨੇ, ਪਰ ਇਸ ਤੋਂ ਇਲਾਵਾ ਅਸੀਂ ਪਹਿਲਾਂ ਹੀ ਕਹਿ ਚੁੱਕੇ ਨੇ। ਮਤਲਬ ਕਿਸਾਨ ਜਿਹੜੇ ਨੇ ਉਹ ਲਗਾਤਾਰ ਇੱਕੋ ਗੱਲ ਕਰ ਰਹੇ ਨੇ ਕਿ ਅਸੀਂ ਕਮੇਟੀ ਦੇ ਅੱਗੇ ਪੇਸ਼ ਹੋਣਾ ਹੀ ਨਹੀਂ। ਅਸੀਂ ਪਹਿਲਾਂ ਵੀ ਆਖਿਆ ਸੀਗਾ, ਅਸੀਂ ਹੁਣ ਵੀ ਆਖਾਂਗੇ, ਅਸੀਂ ਫਿਊਚਰ 'ਚ ਵੀ ਆਖਾਂਗੇ। ਠੀਕ ਹੈ, ਜਿਹੜੀ ਹੁਣ ਗੱਲ ਵੱਖਰੀ ਹੈ ਕਿ ਜਿਹੜੇ ਆਮ ਜਨਤਾ
ਬਜਾਏ ਜਿਹੜੀ ਕਿਤੇ ਨਾ ਕਿਤੇ ਮੋਦੀ ਪੱਖੀ ਹੈ, ਠੀਕ ਹੈ, ਜਿਹੜੇ ਮੋਦੀ ਦੇ ਪੱਖੀ ਨੇ, ਮੋਦੀ ਦੀ ਵਿਚਾਰਧਾਰਾ ਨੂੰ ਫੋਲੋ ਕਰਦੇ ਨੇ, ਉਸਨੂੰ ਐਡਮਾਇਰ ਕਰਦੇ ਨੇ, ਹੁਣ ਉਹ ਕਹਿ ਰਹੇ ਨੇ ਕਿ ਬਈ ਜਿਹੜੇ ਬਿੱਲ ਨੇ ਉਹ ਤਾਂ ਚੰਗੇ ਵੀ ਨੇ ਹੈ ਨਾ, ਹੁਣ ਸੁਪਰੀਮ ਕੋਰਟ ਜੇ ਐਕਸ਼ਨ ਲੈ ਰਿਹਾ ਵਾ, ਹੁਣ ਕਿਸਾਨ ਕੋਆਪਰੇਟ ਨਹੀਂ ਕਰ ਰਹੇ। ਸੋ ਕਿਤੇ ਨਾ ਕਿਤੇ ਹਰ ਕੋਈ ਜਿਹੜਾ ਬੰਦਾ ਹੈ ਜਿਹੜਾ ਮੋਦੀ ਦਾ ਫੇਵਰ ਕਰਦਾ ਹੈ, ਉਸ ਪੂਰੇ ਅੰਦੋਲਨ ਨੂੰ ਪਹਿਲਾਂ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਠੀਕ ਹੈ, ਪਰ ਹੁਣ ਫੇਰ ਦੁਬਾਰਾ ਜਿਹੜੇ ਕਿਸਾਨ ਨੇ ਉਹਨਾਂ ਨੂੰ ਬਦਨਾਮ ਕਰ ਰਿਹਾ ਕਿ ਬਈ ਆਹ ਜਿਹੜੇ ਲੋਕ ਨੇ ਆਹ ਕੋਆਪਰੇਟ ਨਹੀਂ ਕਰ ਰਹੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਕੋਆਪਰੇਟ ਕਰਨਾ ਤੇ ਜਿਹੜੇ ਕੋਆਪਰੇਟ ਘਰਾਣੇ ਨੇ, ਆ ਦੋਵੇਂ ਵਰਡ ਥੋੜੇ ਸਿਮਿਲਰ ਨੇ, ਪਰ ਉਹ ਕੀ ਕਰਨਾ ਚਾਹੁੰਦੇ ਨੇ, ਕੋਆਪਰੇਟ ਘਰਾਣੇ ਜਿਵੇਂ ਮਰਜ਼ੀ, ਮੈਂ ਕਹਿੰਦਾ ਬਾਈ ਐਨੀ ਹੁੱਕ ਐਂਡ ਕਰੁੱਕ ਜਿਹੜਾ ਹੈ ਉਸ ਪੂਰੇ ਕਾਨੂੰਨਾਂ ਨੂੰ ਲਾਗੂ ਕਰਕੇ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉੱਤੇ ਨਜ਼ਰ ਰੱਖੀ ਬੈਠਾ ਹੈ। ਸੋ ਅੱਜ 49 ਦਿਨ ਹੋ ਚੁੱਕੇ ਨੇ, ਕੱਲ 50 ਦਿਨ ਹੋ ਜਾਣੇ ਨੇ, ਇੰਨੇ ਲੋਕ ਸਾਡੇ ਸ਼ਹੀਦ ਹੋ ਚੁੱਕੇ ਨੇ। ਆਖਿਰ ਕੀ ਵਜ੍ਹਾ ਹੈ ਕਿ ਜਿਹੜੀ ਕੇਂਦਰ ਹੈ ਉਹਨਾਂ ਕਾਨੂੰਨਾਂ ਨੂੰ ਪੂਰੀ ਚੰਗੀ ਤਰ੍ਹਾਂ ਲਾਗੂ ਕਰਨ ਦੇ ਪਿੱਛੇ ਤੁਰੀ ਹੋਈ ਹੈ? ਕਿਉਂ? ਕਿਉਂਕਿ ਜਿਵੇਂ ਮੈਂ ਕਿਹਾ ਕਿ ਕੋਆਪਰੇਟ ਕਰਨਾ ਤੇ ਕੋਆਪਰੇਟ ਘਰਾਣਿਆਂ ਦੇ ਨਾਲ ਬੇਸਿਕਲੀ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਨੇ ਕੋਆਪਰੇਟ ਘਰਾਣਿਆਂ ਦੇ ਨਾਲ ਆਪਣਾ ਪੂਰਾ ਕੋਆਪਰੇਸ਼ਨ ਕੀਤਾ ਹੋਇਆ। ਇਹੀ ਕਾਰਨ ਹੈ ਕਿ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਮਾਣਯੋਗ ਸੁਪਰੀਮ ਕੋਰਟ ਹੁਣਾਂ ਦੀ ਆਪਾਂ ਸਾਰੀ ਇੱਜ਼ਤ ਕਰਦੇ ਹਾਂ, ਔਰ ਪਰ ਅੱਜ ਰਾਜੇਵਾਲ ਹੁਣਾਂ ਦਾ ਵੀ ਬਿਆਨ ਆਇਆ ਹੈ। ਅੱਜ ਵੀ ਉਹਨਾਂ ਨੇ ਸਟੇਜ ਦੇ ਉੱਤੇ ਕਿਹਾ ਹੈ ਕਿ ਜਿਹੜੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਇਹ ਕਿਤੇ ਨਾ ਕਿਤੇ ਮੋਦੀ ਸਰਕਾਰ ਦੀ ਰਲੀ ਮਿਲੀ ਭੁਗਤ ਹੈ, ਔਰ ਇਹ ਸਾਰਿਆਂ ਨੂੰ ਪਤਾ ਹੈ ਨਾ। ਦੇਖੋ ਸੁਪਰੀਮ ਕੋਰਟ ਦੀ ਆਪਾਂ ਇੱਜ਼ਤ ਕਰਦੇ ਹਾਂ, ਪਰ ਸੁਪਰੀਮ ਕੋਰਟ ਦੇ ਲਿੰਕ ਵੀ ਤਾਂ ਕਿਤੇ ਨਾ ਕਿਤੇ ਜਿਹੜੇ ਉਹਦੇ ਅੰਦਰ ਬੰਦੇ ਕੰਮ ਕਰਦੇ ਨੇ ਆਪਣੇ ਕੇਂਦਰ ਸਰਕਾਰ ਦੇ ਨਾਲ ਹੋਣਗੇ। ਔਰ ਤੁਸੀਂ ਦੱਸਿਆ ਕਿ ਉਹ ਪਹਿਲਾਂ ਉਲਟੇ ਬਿਆਨ ਦੇ ਚੁੱਕੇ ਨੇ, ਤੇ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਉਹਨਾਂ ਨੇ ਕਿਸਾਨਾਂ ਦੇ ਵਿਰੋਧ ਵਿੱਚ ਪਹਿਲਾਂ ਬਿਆਨ ਦੇ ਦਿੱਤੇ ਨੇ, ਤੇ ਫਿਰ ਉਹਨਾਂ ਨੂੰ ਕਿਹਨਾਂ ਹਾਲਾਤਾਂ ਦੇ ਵਿੱਚ ਅਸੀਂ ਆਪਣੀ ਕਮੇਟੀ ਮੰਨ ਸਕਦੇ ਹਾਂ। ਔਰ ਬਾਰ-ਬਾਰ ਇਹੀ ਗੱਲ ਦੁਹਰਾ ਰਹੇ ਹਾਂ ਕਿ ਜਿਵੇਂ ਕਿਸਾਨ ਸੰਘਰਸ਼ ਜਿਹੜਾ ਹੈ ਦਿਨੋਂ ਦਿਨ ਵੱਧ ਰਿਹਾ ਹੈ, ਕੱਲ ਉਸ ਨੂੰ 50 ਦਿਨ ਹੋ ਜਾਣਗੇ, ਪਤਾ ਨਹੀਂ, ਉਮੀਦ ਕਰਦੇ ਹਾਂ ਕਿ 51ਵਾਂ ਦਿਨ ਨਾ ਹੋਵੇ ਤੇ ਜਿਹੜਾ ਹੱਲ ਹੈ ਉਹ ਜਿਵੇਂ। ਔਰ ਉੱਦਾਂ ਵੀ ਕੱਲ ਮਾਘੀ ਦਾ ਪਵਿੱਤਰ ਦਿਹਾੜਾ ਹੈ ਤੇ ਸਾਡੇ ਜਿਹੜੇ ਪੰਜਾਬੀ ਹਨ ਉਹਨਾਂ ਦੇ ਵਿੱਚ ਬੜਾ ਸ਼ੁਭ ਮੰਨਿਆ ਜਾਂਦਾ ਹੈ ਇਸ ਨੂੰ, ਤੇ ਉਹ ਵੀ ਕੱਲ ਬਾਰਡਰ ਦੇ ਉੱਤੇ ਮੰਨਣਾ ਹੈ। ਇਸ ਮਹੀਨੇ ਦੀ ਜਿਹੜੀ ਸੰਕਰਾਂਤ ਹੈ ਉਸ ਬਾਰਡਰ ਦੇ ਉੱਤੇ ਮੰਨੇਗੀ, ਤਾਂ ਫਿਰ ਇੱਕ ਇਹੀ ਹੋ ਜਾਂਦਾ ਹੈ ਕਿ ਖੁਦਾ ਦਾ ਹੀ ਰਾਹ ਕਹਿੰਦੇ ਖੁੱਲ੍ਹਦਾ ਹੈ ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਹੈ। ਤੇ ਅਸੀਂ ਉਸ ਖੁਦਾ ਨੂੰ ਹੀ ਦੁਆ ਕਰਦੇ ਹਾਂ, ਪਰਮਾਤਮਾ ਨੂੰ, ਕਿ ਜਲਦ ਤੋਂ ਜਲਦ ਜਿਹੜੀਆਂ ਸਾਡੀਆਂ ਇਹ ਮੰਦਬੁੱਧੀ ਸਰਕਾਰਾਂ ਨੇ ਇਹਨਾਂ ਨੂੰ ਮੱਤ ਤੇ ਸਮੱਤ ਬਖਸ਼ੇ, ਤਾਂ ਜੋ ਜਿਹੜੇ ਹੱਲ ਨੇ ਉਹ ਹੋ ਸਕਣ। ਕਿਉਂਕਿ ਹਰੇਕ ਬੰਦਾ ਨਾ ਇਸ ਅੰਦੋਲਨ ਦੇ ਵਿੱਚ ਬੜੇ ਅਲੱਗ ਤਰੀਕੇ ਦੇ ਨਾਲ ਜੁੜਨਾ ਚਾਹੁੰਦਾ ਹੈ। ਕੋਈ ਉੱਚੀਆਂ ਇਮਾਰਤਾਂ ਤੋਂ ਛਾਲ ਮਾਰ ਕੇ ਸੁੱਤੀਆਂ ਹੋਈਆਂ ਸਰਕਾਰਾਂ ਦੀਆਂ ਅੱਖਾਂ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਕੋਈ ਸਾਈਕਲ ਦੇ ਉੱਤੇ ਦਿੱਲੀ ਜਾ ਰਿਹਾ ਹੈ, ਕੋਈ ਪੈਦਲ ਦਿੱਲੀ ਜਾ ਰਿਹਾ ਹੈ, ਕੋਈ ਬੀਬੀਆਂ ਜੀਪ ਦੇ ਉੱਤੇ ਚੜ੍ਹ ਕੇ ਆ ਜਾਂਦੀਆਂ ਨੇ, ਜਾਂ ਕੋਈ ਮਾਤਾ ਜਿਹੜੀ ਹੈ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਸਕੂਟਰੀ ਦੇ ਉੱਤੇ ਇੱਥੋਂ ਸੰਗਰੂਰ ਤੋਂ ਦਿੱਲੀ ਤੱਕ ਚਲੀ ਜਾਂਦੀ ਹੈ। ਇਹ ਨਹੀਂ ਕਿ ਲੋਕੀ ਬੱਸ 'ਚ ਨਹੀਂ ਜਾ ਸਕਦੇ ਜਾਂ ਹੈ ਨਾ ਗੱਡੀ ਕਰਕੇ ਜਾਂ ਕਿੱਦਾਂ ਨਹੀਂ ਜਾ ਸਕਦੇ। ਹਰ ਬੰਦੇ ਦਾ ਆਪਣਾ ਤਰੀਕਾ ਬਣ ਗਿਆ ਕਿ ਅਸੀਂ ਵਿਰੋਧ ਕਰਨਾ ਹੈ ਸਰਕਾਰ ਦਾ, ਕਿਸ ਤਰੀਕੇ ਦੇ ਨਾਲ ਕਰਨਾ ਹੈ। ਤੁਸੀਂ ਦੇਖਿਆ ਹੋਣਾ ਹੈ ਕਿ ਝੰਡੀਆਂ ਦਾ ਬੜਾ ਰਿਵਾਜ ਚੱਲ ਪਿਆ। ਹਰੇਕ ਤੁਹਾਨੂੰ ਦੂਸਰੇ ਤੀਸਰੇ ਬੰਦੇ ਦੀ ਗੱਡੀ ਦੇ ਉੱਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਝੰਡਾ ਦਿਖਾਈ ਦੇਵੇਗਾ। ਲੋਕਾਂ ਨੇ ਹੁਣ ਤੱਕ ਘਰਾਂ ਦੇ ਉੱਪਰ ਵੀ ਲਾਣੇ ਸ਼ੁਰੂ ਕਰ ਦਿੱਤੇ, ਸਟicker ਦਿਖਾਈ ਦੇਵੇਗਾ, ਘਰਾਂ ਦੇ ਉੱਤੇ ਝੰਡੇ ਲੱਗ ਰਹੇ ਨੇ। ਔਰ ਹਰੇਕ ਬੰਦਾ ਮਤਲਬ ਕਿ ਜੇ ਇਦਾਂ ਨਹੀਂ ਜੁੜ ਪਾ ਰਿਹਾ ਤਾਂ ਉਸ ਤਰੀਕੇ ਦੇ ਨਾਲ ਹੈ ਨਾ, ਜਿਹੜੇ ਦਿੱਲੀ ਨਹੀਂ ਜਾ ਪਾ ਰਹੇ ਕੁਝ ਮਜਬੂਰੀਆਂ ਕਰਕੇ, ਉਹ ਇੱਥੇ ਜਗ੍ਹਾ ਜਗ੍ਹਾ ਅੰਦੋਲਨ ਕਰ ਰਹੇ ਨੇ, ਸ਼ਹਿਰਾਂ ਦੇ ਕਸਬਿਆਂ ਦੇ ਵਿੱਚ ਜਿਹੜੇ ਨਿਕਲਦੇ ਨੇ ਅੰਦੋਲਨ ਹੋ ਰਹੇ ਨੇ। ਤੇ ਇੱਕ ਚੀਜ਼ ਹੋਰ ਬੜੀ ਹੈ ਕਿ ਅੱਜ ਮੈਂ ਇੱਕ ਕਾਰ ਦੇਖੀ ਹੈ, ਆਪਾਂ ਦੇਖਦੇ ਹਾਂ ਕਿ ਕਾਰ ਤੇ ਬਹੁਤ ਵੱਡਾ ਝੰਡਾ ਲੱਗਾ ਹੈ ਜਾਂ ਇੱਕ ਝੰਡਾ ਲੱਗਾ, ਯਕੀਨ ਮੰਨੋ ਉਸ ਬੰਦੇ ਨੇ ਕਾਰ ਦੇ ਚਾਰੋਂ ਖੂੰਜਿਆਂ ਤੇ ਉੱਚੇ ਉੱਚੇ ਝੰਡੇ ਲਾਏ ਹੋਏ ਸੀ। ਮਤਲਬ ਹਰ ਬੰਦਾ ਹੀ ਇਸ ਰੋਸ ਦੇ ਵਿੱਚ ਸ਼ਾਮਲ ਹੋ ਰਿਹਾ, ਸਰਕਾਰਾਂ ਦੇ ਵਿਰੋਧ ਦੇ ਵਿੱਚ ਆਪਣੀ ਆਵਾਜ਼ ਚੱਕ ਰਿਹਾ। ਤੇ ਸਰਕਾਰਾਂ ਕੰਬੀਆਂ, ਡਰੀਆਂ, ਕਿਉਂਕਿ ਕਹਿੰਦੇ ਨਾ ਕਿ ਆਦਤ ਪੈ ਗਈ ਸੀ ਬਾਰ-ਬਾਰ ਬੱਟੇ ਮਾਰਨ ਦੀ, ਤੇ ਹੁਣ ਜਿਹੜਾ ਬੱਟਾ ਵੱਜ ਗਿਆ ਕੇਂਦਰ ਸਰਕਾਰ ਤੋਂ ਭੁੰਡਾਂ ਦੇ ਖੱਖਰ ਨੂੰ ਵੱਜ ਗਿਆ। ਤੇ ਭੁੰਡਾਂ ਦੇ ਖੱਖਰ ਕਿਸਾਨ ਤੇ ਪੰਜਾਬੀ ਕਿਸਾਨ ਉਹਨਾਂ ਨੇ ਜਿਹੜਾ ਪੂਰਾ ਭਾਰਤ ਆਪਣੇ ਨਾਲ ਸ਼ਾਮਿਲ ਕਰ ਰਿਹਾ। ਟਰੈਕਟਰ ਕਿੰਨੇ ਮਹਿੰਗੇ ਤਿਆਰ ਹੋ ਰਹੇ ਨੇ। 26 ਜਨਵਰੀ ਨੂੰ ਜਿਹੜੀ ਪਰੇਡ ਹੋਣੀ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਨਹੀਂ ਰੋਕ ਸਕਦਾ, ਸਾਡਾ ਹੱਕ ਹੈ ਅੰਦੋਲਨ ਕਰਨਾ, ਅਸੀਂ ਉੱਥੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਵਾਂਗੇ, ਪਰ ਸਾਨੂੰ ਨੁਕਸਾਨ ਪਹੁੰਚਾਇਆ ਗਿਆ, ਪਹਿਲਾਂ ਸਾਨੂੰ ਧੋਖਾ ਦਿੱਤਾ ਗਿਆ, ਇਸ ਲਈ ਅਸੀਂ ਆਪਣੀ ਸੇਫਟੀ ਤੇ ਸਿਕਿਉਰਿਟੀ ਦੇ ਲਈ ਉਹ ਤਿਆਰੀ ਕਰ ਰਹੇ ਹਾਂ। ਇੱਕ ਟਰੈਕਟਰ ਆਉਂਦਾ 7 ਜਾਂ 8 ਲੱਖ ਦਾ, ਉਹਦੇ ਇੰਜਣ ਦੇ ਜਿਹੜੇ ਬਾਟ ਹੈ ਜ਼ਿਆਦਾ ਵਧਾ ਕੇ ਹੈ ਨਾ, ਉਹ 14 ਲੱਖ ਦੇ ਟਰੈਕਟਰ ਤਿਆਰ ਹੋ ਰਹੇ ਨੇ। ਇੰਜਨ ਦੀ ਪਾਵਰ ਨੂੰ ਵਧਾਇਆ ਜਾ ਰਿਹਾ। ਭੋਗਪੁਰ ਦੇ ਵਿੱਚ ਇੱਕ ਸਪੈਸ਼ਲ ਜਗ੍ਹਾ ਹੈ ਜਿੱਥੇ ਟਰੈਕਟਰ ਰੈਡੀ ਹੋ ਰਹੇ ਨੇ 26 ਜਨਵਰੀ ਦੇ ਲਈ। ਔਰ ਇੱਕ ਮੈਂ ਕਿਸਾਨ ਦੇਖੇ ਨੇ, ਉਹਨਾਂ ਨੇ 1.5 ਕਰੋੜ ਦਾ ਟਰੈਕਟਰ ਤਿਆਰ ਕੀਤਾ ਨਾ। ਉਸ ਟਰੈਕਟਰ ਦੇ ਉੱਤੇ ਕੋਈ ਅਸਰ ਹੋਣਾ ਹੈ, ਉਹ ਕਿੰਨੇ ਪਾਵਰ ਦਾ ਟਰੈਕਟਰ ਹੈ, ਕਿੰਨੇ ਬੈਰੀਕੇਡ ਖਿੱਚ ਸਕਦਾ ਹੈ, ਪਾਣੀ ਦੀਆਂ ਬਿਸ਼ਾਰਾਂ ਨੂੰ ਝੱਲ ਸਕਦਾ ਹੈ, ਉਸਦੇ ਹੌਰਨ ਕਮਾਲ ਦੇ ਨੇ। ਦੁਨੀਆ ਆਪਣੀ ਪੂਰੀ ਕਮਾਈ ਇਸ ਅੰਦੋਲਨ ਤੇ ਲਗਾ ਰਹੀ ਹੈ। ਇੱਕ ਸੱਜਣ ਨਾਲ ਗੱਲ ਹੋਈ ਹੈ,
ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਚਿੰਤਾ ਨਹੀਂ ਹੈਗੀ ਕਿ ਕਣਕਾਂ ਨੂੰ ਪਾਣੀ ਲਾਉਣ ਵਾਲਾ ਘਰੇ ਸਾਰਾ ਕੁਝ ਬਿਖਰਿਆ ਪਿਆ, ਤੁਸੀਂ ਮਤਲਬ ਕਿਹੜੇ ਜਿਗਰੇ ਦੇ ਨਾਲ ਇਸ ਅੰਦੋਲਨ 'ਚ ਇੰਨੇ ਮਹੀਨਿਆਂ ਤੋਂ ਬੈਠੇ ਹੋ? ਉਹਨਾਂ ਦਾ ਜਵਾਬ ਸੀ ਕਿ ਜੇ ਮੈਂ ਅੱਜ ਆਪਣੇ ਘਰ ਨੂੰ ਚਲਾ ਗਿਆ ਤੇ ਫਿਰ ਆਉਣ ਵਾਲੇ ਸਾਰੇ ਸਾਲਾਂ ਦਾ ਨੁਕਸਾਨ ਸਾਡੇ ਸਿਰ ਪੈ ਜਾਣਾ, ਜਿਹੜਾ ਇਹਨਾਂ ਕਾਰਪੋਰੇਟ ਘਰਾਣਿਆਂ ਨੇ ਸਾਡਾ ਕਰਨਾ। ਜੇ ਹੁਣ 2-3 ਮਹੀਨੇ ਮੇਰੇ ਘਰ ਮੈਂ ਨਹੀਂ ਵੀ ਜਾਂਦਾ, ਮੈਨੂੰ ਕੋਈ ਫਰਕ ਨਹੀਂ ਪੈਣਾ। ਇਹ ਮੈਂ ਆਪਣੇ ਦੇਸ਼ ਦੇ ਲਈ, ਆਪਣੇ ਲੋਕਾਂ ਦੇ ਲਈ ਆਵਾਜ਼ ਚੱਕ ਰਿਹਾ, ਪਰ ਜੇ ਮੈਂ ਆਵਾਜ਼ ਨਾ ਚੱਕੀ ਫਿਰ ਸਾਰਾ ਕੁਝ ਡੁੱਬ ਜਾਣਾ। ਇੱਥੇ ਤੁਸੀਂ ਗੱਲ ਕੀਤੀ ਕਿ ਹਾਂ ਵੀ ਸਰਕਾਰ ਜਿਹੜੀਆਂ ਨੇ ਉਹ ਕੰਬੀਆਂ ਪਈਆਂ ਨੇ। ਵਾਕਈ ਜਿਹੜਾ 56 ਇੰਚ ਦਾ ਸੀਨਾ ਹੈ, ਸੀਨਾ ਭਾਵੇਂ 56 ਹੋਵੇ ਤੇ ਮੈਨੂੰ ਭਾਵੇਂ 16 ਇੰਚ ਦਾ ਹੋਵੇ, ਪਰ ਜਿਹੜੀ ਲੱਤਾਂ ਨਾ ਜਿਹੜੀਆਂ ਉਹ ਇੱਦਾਂ ਦਾ ਕਰਕੇ ਕੰਬਣ ਦੀਆਂ, ਕਿਉਂਕਿ ਜਦੋਂ ਤੋਂ ਕਿਸਾਨ ਉੱਥੇ ਬੈਠੇ ਨੇ ਹਰ ਰੋਜ਼ ਹਫ਼ਤੇ ਵਿੱਚ 2 ਜਾਂ 3 ਵੱਡੇ ਪ੍ਰੋਗਰਾਮ ਉਹ ਲੀਕਦੇ ਨੇ, ਉਹਦੇ ਉੱਪਰ ਡਟੇ ਰਹਿੰਦੇ ਨੇ, ਐਂਡ ਹਰ ਰੋਜ਼ ਜਿਹੜਾ ਅੰਦੋਲਨ ਹੈ ਉਹ ਤੇਜ਼ ਹੁੰਦਾ ਜਾ ਰਿਹਾ। ਸੋ 26 ਤਰੀਕ ਦਾ ਜਿਹੜਾ ਐਲਾਨ ਉਹਨਾਂ ਨੇ ਕਾਫੀ ਚਿਰਾਂ ਦਾ ਕੀਤਾ ਹੋਇਆ, ਤੇ ਮੈਂ ਕਹਿੰਦਾ ਪੂਰੀ ਸਰਕਾਰ ਜਿਹੜੀ ਹੈ ਉਹ ਕੰਬੀ ਪਈ ਹੈ, ਹਰ ਇੱਕ ਨੂੰ ਭਾਜਣਾ ਪਈਆਂ ਹੋਈਆਂ ਨੇ। ਕਿਸੇ ਨੂੰ ਨੀਂਦ ਨਹੀਂ ਸੁਖਾਲੀ ਆ ਰਹੀ ਹੋਣੀ ਅੱਜ ਕੱਲ੍ਹ ਕਿ ਹਾਂ ਬਈ ਬਾਹਰ ਕੋਈ ਠੰਡ ਹੈ ਕਿ ਨਹੀਂ ਹੈ, ਉਹ ਕਿਸੇ ਨੂੰ ਆ ਨਹੀਂ ਪਤਾ, ਪਰ ਲੋਕੀ ਡਰਦੇ ਨੇ ਕਿ ਹਾਂ ਵੀ ਬਾਹਰ ਕਿਤੇ ਕਿਸਾਨ ਤੇ ਨਹੀਂ ਆ ਗਏ। ਲੋਕਾਂ ਦੇ ਮਨ ਵਿੱਚ ਖੌਫ ਪੈਦਾ ਹੋ ਚੁੱਕਿਆ ਹੈ, ਤੇ ਹਰ ਕੋਈ ਜਿਹੜਾ ਬੀਜੇਪੀ ਲੀਡਰ ਹੈ ਪੰਜਾਬ ਦੇ ਵਿੱਚ ਉਹ ਬੜਾ ਔਖਾ ਸੋ ਰਿਹਾ ਅੱਜ ਕੱਲ੍ਹ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹਾਂ ਵੀ ਕਿਸਾਨ ਅੱਜ ਆਏ ਰਹੇ ਜਾਂ ਕੱਲ੍ਹ ਆਏ ਰਹੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹਾਂ ਵੀ ਉਹਨਾਂ ਨੇ ਜਿਹੜਾ ਤੁਸੀਂ ਕਿਹਾ ਕਿ ਵੱਟਾ ਜਿਹੜਾ ਮਾਰਿਆ ਹੈ ਖੱਕਰ ਨੂੰ, ਉਹ ਕਿੰਨੀ ਕਿੱਧਰ ਲੁੱਕ ਜਾਣਗੇ। ਸੋ 26 ਤਰੀਕ ਨੂੰ ਤਾਂ ਉਹ ਤਾਂ ਗੱਜ ਵੱਜ ਕੇ ਪਹੁੰਚ ਰਹੇ ਨੇ, ਹੈ ਨਾ। ਸੋ 26 ਤਰੀਕ ਨੂੰ ਜਿਹੜਾ ਗੱਜ ਵੱਜ ਕੇ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ, ਉਸ ਵਿੱਚ ਸੁਪਰੀਮ ਕੋਰਟ ਦਾ ਵੀ ਖਾਸ ਰੋਲ ਇਹੀ ਹੈ। ਉਹ ਵੀ ਤਾਂ ਹੀ ਜ਼ੋਰ ਪਾ ਰਿਹਾ ਕਿ ਬਈ ਉਸ ਨੂੰ ਨਾ ਹੋਣ ਦੇਵੋ। ਕੱਲ੍ਹ ਦੀ ਜਿਹੜੀ ਲਾਈਵ ਹੀਅਰਿੰਗ ਸੀਗੀ, ਮੈਂ ਤੇ ਖੈਰਾ ਸਾਹਿਬ ਉਹਨੂੰ ਸੁਣ ਰਹੇ ਸੀਗੇ, ਉਹਦੇ ਵਿੱਚ ਉਹਨਾਂ ਨੇ ਜਦੋਂ ਇੱਕ ਵਕੀਲ ਸੀਗੇ ਸ਼ਰਮਾ ਸਾਹਿਬ, ਉਹਨਾਂ ਨੇ ਕਿਹਾ ਕਿ ਹਾਂ ਬਈ ਜਿਹੜਾ ਪੂਰਾ 26 ਜਨਵਰੀ ਦਾ ਜਿਹੜਾ ਮਾਰਚ ਹੈ, ਜਿਹੜਾ ਪੂਰਾ ਅੰਦੋਲਨ ਹੋਏਗਾ, ਉਹਦੇ ਵਿੱਚ ਨਾ ਕਿਸਾਨ ਜਿਹੜੇ ਨੇ ਉਹ ਜਾ ਰਹੇ ਨੇ। ਸੁਪਰੀਮ ਕੋਰਟ ਨੇ ਕਿਹਾ ਉਹ ਤੇ ਆਪਾਂ ਹੋਣ ਦੇਣਾ ਹੀ ਨਹੀਂ, ਹੈ ਨਾ, ਉਹ ਤਾਂ ਅਸੀਂ ਹੋਣ ਦੇਣਾ ਹੀ ਨਹੀਂ। ਅਸੀਂ ਤਾਂ ਕਹਿ ਰਹੇ ਕਿ ਹਾਂ ਵੀ ਜਿਹੜੇ ਬੱਚੇ ਨੇ, ਬਜ਼ੁਰਗ ਨੇ, ਉਹਨਾਂ ਨੂੰ ਘਰਾਂ ਨੂੰ ਭੇਜ ਦਿਓ, ਤੇ ਅਸੀਂ ਉਹ ਨਹੀਂ ਹੋਣ ਦੇਣਾ। ਉਹਦੇ ਉੱਪਰ ਜਿਹੜਾ ਫੈਸਲਾ ਹੈ ਉਹ ਹੁਣ ਸੋਮਵਾਰ ਨੂੰ ਹੋਏਗਾ। ਹੁਣ ਦੇਖਦੇ ਕਿ ਹਾਂ ਵੀ ਸੋਮਵਾਰ ਤੋਂ ਪਹਿਲਾਂ ਚਲੋ ਕੱਲ੍ਹ 15 ਤਰੀਕ ਵੀ ਆਣੀ ਹੈ, ਹੁਣ ਅਗਲੀ ਮੀਟਿੰਗ 15 ਤਰੀਕ ਨੂੰ ਹੋਣੀ ਸੀਗੀ। ਸੋ ਲੋਕਾਂ ਦੀ ਨਿਗਾਹਾਂ 15 ਤਰੀਕ ਨੂੰ ਟਿਕੀਆਂ ਹੋਣਗੀਆਂ। ਤੁਸੀਂ ਗੱਲ ਕੀਤੀ 14 ਤਰੀਕ ਜਿਹੜੀ ਹੈ ਮਾਘੀ ਦਾ ਦਿਹਾੜਾ ਹੈ, ਪਵਿੱਤਰ ਦਿਹਾੜਾ ਹੈ, ਨੋ ਡਾਊਟ 14 ਤਰੀਕ ਨੂੰ ਅਸੀਂ ਕਾਫੀ ਉਮੀਦ ਕਰ ਰਹੇ ਹਾਂ, ਮਿਰੇਕਲ ਦੀ ਜਿਹੜੀ ਹੈ ਉਮੀਦ ਕਰਦੇ ਹਾਂ, ਬਟ 15 ਤਰੀਕ ਨੂੰ ਫੈਸਲਾ ਹੋਣਾ। ਸੋ ਹੋ ਸਕਦਾ ਕਿ 15 ਨੂੰ ਜੇਕਰ ਕੋਈ ਵਧੀਆ ਫੈਸਲਾ ਹੋ ਜਾਵੇ ਤਾਂ ਚੰਗੀ ਗੱਲ ਆ। ਬਾਕੀ ਜਿਹੜਾ 26 ਜਨਵਰੀ ਦਾ ਜਿਹੜਾ ਦਿਨ ਹੈ ਉਹ ਬੜਾ ਅਹਿਮ ਹੋਏਗਾ। ਸੋ ਇੱਕ ਪਾਸੇ ਕਿੱਥੇ ਸਾਰੀ ਕੇਂਦਰ ਸਰਕਾਰ ਪਲੱਸ ਸੁਪਰੀਮ ਕੋਰਟ ਆ ਕੇ ਖੜ ਗਿਆ, ਦੂਜੇ ਪਾਸੇ ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਨੇ, ਸਾਡੇ ਪੰਜਾਬੀ ਭਾਈਚਾਰਾ, ਸਾਡੇ ਜਿਹੜਾ ਹਰਿਆਣਾ ਭਾਈਚਾਰਾ, ਹੋਰ ਵੀ ਜਿਹੜੇ ਸੂਬੇ ਦੇ ਲੋਕ ਨੇ, ਉਹ ਆ ਕੇ ਖੜ ਗਏ ਨੇ ਕਿ ਬਈ ਅਸੀਂ ਤਾਂ ਮਾਰਚ ਕਰਕੇ ਹੀ ਰਹਿਣਾ। ਕਿਉਂਕਿ ਉਹਨਾਂ ਦੇ ਲਈ ਰਿਸਪੈਕਟ ਦੀ ਗੱਲ ਬਣ ਗਈ ਹੈ, ਤੇ ਸਾਡੀ ਹੁਣ ਅਣਖ ਦੀ ਗੱਲ ਬਣ ਗਈ ਹੈ ਕਿ ਹਾਂ ਵੀ ਅਸੀਂ ਜਿਹੜੀ ਹੈ ਕੰਮ ਕਰਨਾ ਹੀ ਕਰਨਾ ਹੈ, ਤਾਂ ਜੋ ਅਸੀਂ ਹੱਕ ਜਿਹੜੇ ਨੇ ਉਹ ਲੈ ਕੇ ਮੁੜਾਂਗੇ। ਸੋ ਕਾਫੀ ਵੱਡੀ ਇੱਕ ਮੈਂ ਕਹਿੰਦਾ ਕਿ ਚਪੇੜ ਵਾਲੀ ਗੱਲ ਹੋਏਗੀ, ਕਿਉਂਕਿ ਜੇਕਰ ਉਸ ਦਿਨ ਸਾਡਾ ਅੰਦੋਲਨ ਹੋ ਜਾਂਦਾ ਤਾਂ ਜਿਹੜੀ ਥੂ ਜਿਹੜੀ ਸਰਕਾਰ ਦੀ ਹੋਣੀ ਹੈ, ਅਗਲੀ ਵਾਰੀ ਇਲੈਕਸ਼ਨਸ ਵੀ ਆਉਣੇ ਨੇ, ਸੂਬਿਆਂ ਦੇ ਇਲੈਕਸ਼ਨ ਵੀ 2022 ਵਿੱਚ ਆਣ ਖੜੇ ਨੇ, ਉੱਥੇ ਕੀ ਮਾਹੌਲ ਬਣੇਗਾ ਉਹ ਵੀ ਸਮਾਂ ਦੱਸੇਗਾ। ਇਸ ਕਰਕੇ ਜਿਹੜੀ ਕੇਂਦਰ ਸਰਕਾਰ ਹੈ, ਮਤਲਬ ਮੈਂ ਬਾਰ-ਬਾਰ ਇੱਕੋ ਗੱਲ ਕਰ ਰਿਹਾ, ਪਰ ਵਾਕਈ ਕਿੰਨੀ ਕੁ ਉਹਨਾਂ ਦੀ ਮਜਬੂਰੀ ਹੋਏਗੀ ਕਿ ਉਹ ਬਿੱਲ ਰੱਦ ਨਹੀਂ ਕਰਨ ਦੇ। ਕਿੰਨੀ ਡਿਸਰਿਸਪੈਕਟ ਉਹਨਾਂ ਦੀ ਪੂਰੀ ਆਲ ਰਾਊਂਡ ਵਰਲਡ ਹੋ ਚੁੱਕੀ ਹੈ। ਕਹਿੰਦੇ ਨੇ ਐਡਵਾਂਸ ਲੈ ਲਿਆ, ਸ਼ਾਇਦ ਕਾਰਪੋਰੇਟ ਘਰਾਣਿਆਂ ਤੋਂ ਐਡਵਾਂਸ ਲੈ ਲਿਆ। ਇਹ ਵੀ ਖਬਰ ਉੜੀ ਸੀਗੀ ਕਿ ਇਹਨਾਂ ਦੇ ਲਈ ਤਾਂ ਬਈ ਸਪੈਸ਼ਲ ਸੜਕਾਂ ਬਣਨੀਆਂ, ਜਿੱਤੋਂ ਇਹਨਾਂ ਦੇ ਲਈ ਗੋਦਾਮਾਂ 'ਚ ਉਹਨਾਂ ਦਾ ਸਮਾਨ ਜਾਇਆ ਕਰਨਾ, ਉਹਨਾਂ ਸੜਕਾਂ ਤੇ ਵੀ ਨਹੀਂ ਕੋਈ ਝਾੜ ਸਕਦਾ। ਤੇ ਇਹ ਤਾਂ ਬਹੁਤ ਕੁਛ ਕਰੂਗੇ ਹਲੇ। ਤਾਂ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਕਿਸਾਨ ਹੈ ਉਹਨਾਂ ਨੇ ਇਹ ਸੋਚ ਲਿਆ ਚਾਹੇ 2021 ਪੂਰਾ ਇੱਥੇ ਲੰਘ ਜਾਵੇ, ਚਾਹੇ 2022 ਇੱਥੇ ਲੰਘ ਜਾਵੇ, ਤੇ ਉਹ ਤਾਂ ਹੁਣ ਕਹਿੰਦੇ ਨਾ ਅਸੀਂ ਮੁੜਾਂਗੇ ਲੈ ਕੇ ਆਪਣਾ ਹੱਕ ਦੇ ਲਈ, ਨਹੀਂ ਅਸੀਂ ਮੁੜਾਂਗੇ। ਉਹ ਹਾਲ ਨਾ ਉਹਨਾਂ ਨੇ ਰਾਕੇਸ਼ ਟਕੈਤ ਐਂਡ ਹੋਰ ਵੀ ਜਿਹੜੇ ਕਿਸਾਨ ਆਗੂ ਨੇ, ਉਹ ਕਹਿੰਦੇ ਕਿ ਬਈ ਭਾਵੇਂ ਆਪਣੇ ਲੋਹੜੀ, ਭਾਵੇਂ ਵਿਸਾਖੀ, ਤੇ ਭਾਵੇਂ 2022 ਵੀ ਸਾਨੂੰ ਉੱਥੇ ਬਹਿਣਾ ਪੈ ਜੇ ਨਾ, 2022 'ਚ ਜ਼ਰੂਰ ਇਲੈਕਸ਼ਨ ਹੋਣੇ ਨੇ, ਕਹਿੰਦੇ ਉਦੋਂ ਫਿਰ ਤੁਹਾਨੂੰ ਮੁੜ ਦੱਸਾਂਗੇ ਵੀ ਹਾਂ ਵੀ ਕੀ ਤੁਹਾਡਾ ਜਿਹੜਾ ਨਤੀਜਾ ਹੈ ਉਹ ਹੋਏਗਾ। ਸੋ ਇਸ ਤੋਂ ਇਲਾਵਾ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰਦੇ ਹਾਂ। ਫਿਲਹਾਲ ਸਮਾਂ ਅੱਜ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਦੁਬਾਰਾ ਜੁੜਦੇ ਹਾਂ ਪ੍ਰੋਗਰਾਮ ਦੇ ਵਿੱਚ, ਫਿਰ ਗੱਲ ਕਰਦੇ ਹਾਂ ਅਸੀਂ ਅਮਰੀਕਾ ਦੀ। ਤੂੰ ਨਿੱਕੀ ਨਿੱਕੀ ਗੱਲ ਤੇ ਲੜਦਾ ਏ, ਮੈਨੂੰ ਪਰੇਸ਼ਾਨ ਤੂੰ ਕਰਦਾ ਏ, ਗਲਤੀਆਂ ਆਪੇ ਕਰ ਕੁਰ ਕੇ ਦੋਸ਼ ਮੇਰੇ ਤੇ ਤਰਦਾ ਏ, ਕਦੋਂ ਦੀ ਛੱਡ ਜਾਂਦੀ ਤੈਨੂੰ, ਮੈਂ ਦਿਲ ਚੋਂ ਕੱਢ ਜਾਂਦੀ ਤੈਨੂੰ, ਹਰ ਵਾਰੀ ਮੈਂ ਤਾਂ ਦਿਲ ਹੱਥੋਂ ਮਰਦੀਆਂ, ਵੇ ਮੈਂ ਤੈਨੂੰ ਪਿਆਰ ਕਰਦੀ ਆਂ, ਤਾਈਓ ਤੇਰੇ ਨਖਰੇ ਕਰਦੀ ਆਂ। ਰੀਅਲ ਏਸਟੇਟ ਤੇ ਮਾਰਟਗੇਜ ਦੀ ਦੁਨੀਆ ਵਿੱਚ ਇੱਕ ਭਰੋਸੇਮੰਦ ਨਾਮ ਜ਼ੈਂਡਰ ਮਾਰਟਗੇਜ ਤੇ ਰੀਅਲ ਏਸਟੇਟ ਤੇ ਮੋਹਨ ਚੀਮਾ ਤੇ ਉਹਨਾਂ ਦਾ ਤਜਰਬੇਕਾਰ ਸਟਾਫ ਤੁਹਾਨੂੰ ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਦਿੰਦੇ ਨੇ। ਤੁਸੀਂ ਉਹਨਾਂ ਕੋਲੋਂ ਘਰ ਖਰੀਦ ਸਕਦੇ ਹੋ, ਵੇਚ ਸਕਦੇ ਹੋ, ਜਾਂ ਘਰ ਦੀ ਮਾਰਟਗੇਜ ਕਰਾ ਸਕਦੇ ਹੋ, ਜਾਂ ਫਿਰ ਆਪਣੇ ਘਰ ਨੂੰ ਰੀਫਾਈਨਾਂਸ ਵੀ ਕਰਾ ਸਕਦੇ ਹੋ। ਇਸ ਦੇ ਨਾਲ ਕਮਰਸ਼ੀਅਲ ਤੇ ਫਾਰਮਿੰਗ ਦੀ ਰੀਅਲ ਏਸਟੇਟ ਤੇ ਇਹ ਲੋਨ ਵੀ ਕਰਾਉਂਦੇ ਨੇ। ਅੱਜ ਹੀ ਕਾਲ ਕਰੋ ਬ੍ਰੋਕਰ ਮੋਹਨ ਚੀਮਾ ਨੂੰ।
ਫੋਨ 559 825 5555 5555 ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਮੁੱਦਾ। ਜੀ ਪਰ ਹੁਣ ਅਸੀਂ ਗੱਲ ਕੀਤੀ ਹੈ ਕਿਸਾਨੀ ਅੰਦੋਲਨ ਦੀ। ਚਲੋ ਹਰ ਇੱਕ ਦੀ ਨਿਗਾਹ ਜਿਹੜੀ ਹੈ ਉੱਥੇ ਟਿਕੀ ਹੋਈ। ਇਸ ਤੋਂ ਇਲਾਵਾ ਅਮਰੀਕਾ ਵਿੱਚ ਵੀ ਕਾਫੀ ਵੱਡਾ ਜਿਹੜਾ ਡਰਾਮਾ ਹੈ ਉਹ ਚੱਲ ਰਿਹਾ ਹੈ, ਕਿਉਂਕਿ ਰੀਸੈਂਟਲੀ ਜਦੋਂ ਉੱਥੋਂ ਦੇ ਕੈਪੀਟਲ ਹਿਲਸ ਉੱਤੇ ਹਮਲਾ ਹੁੰਦਾ ਹੈ ਉਸ ਵਿੱਚ 4 ਜਾਂ 5 ਜਿਹੜੇ ਵਿਅਕਤੀ ਨੇ ਮਾਰੇ ਜਾਂਦੇ ਨੇ। ਹਰ ਇੱਕ ਨੂੰ ਪਤਾ ਕਿ ਉਹ ਟਰੰਪ ਦੇ ਪੱਖੀ ਲੋਕ ਸੀਗੇ, ਹੈ ਨਾ, ਟਰੰਪ ਦੇ ਹਮਾਇਤੀ ਸੀਗੇ ਜਿਨ੍ਹਾਂ ਨੂੰ ਉੱਪਰ ਪੂਰਾ ਹਮਲਾ ਕੀਤਾ ਤੇ 4-5 ਲੋਕਾਂ ਦੀ ਮੌਤ ਦਾ ਕਾਰਨ ਬਣੇ ਨੇ। ਜਿਸ ਤੋਂ ਬਾਅਦ ਟਰੰਪ ਨੂੰ ਉੱਪਰ ਹੋਰ ਮੁਸ਼ਕਿਲਾਂ ਦਾ ਸਾਹਮਣਾ ਇਹ ਕਰਨਾ ਪਿਆ ਕਿ ਟਰੰਪ ਦੇ ਆਪਣੀ ਹੀ ਗੌਰਮੈਂਟ ਦੇ, ਆਪਣੀ ਹੀ ਸਰਕਾਰ ਦੇ, ਆਪਣੀ ਹੀ ਪਾਰਟੀ ਦੇ ਕੁਝ ਲੋਕਾਂ ਨੇ ਉਸਦਾ ਵਿਰੋਧ ਕੀਤਾ। ਠੀਕ ਹੈ, ਜਿਸ ਤੋਂ ਬਾਅਦ ਹੁਣ ਆਹ ਗੱਲ ਉੱਠਣੀ ਸ਼ੁਰੂ ਹੋ ਗਈ ਕਿ ਹਾਂ ਵੀ ਅਸੀਂ ਉਹਨੂੰ ਰਹਿੰਦੇ ਦਿਨ ਵੀ, ਜਿਵੇਂ ਕਿ 20 ਤਰੀਕ ਨੂੰ ਸਹੁੰ ਚੁੱਕ ਲੈਣੀ ਹੈ ਜੋ ਬਾਈਡਨ ਨੇ, ਉਸ ਤੋਂ ਪਹਿਲਾਂ ਵੀ ਜਿਹੜੇ 7-8 ਦਿਨ ਰਹਿ ਗਏ ਆ ਉਸ ਤੋਂ ਪਹਿਲਾਂ ਅਸੀਂ ਉਹਨੂੰ ਉਹਦੀ ਕੁਰਸੀ ਤੋਂ ਲਾ ਦੇਣਾ, ਕਿਉਂਕਿ ਬਹੁਤ ਵੱਡੀ ਬੇਇੱਜ਼ਤੀ ਵਾਲੀ ਜਿਹੜੀ ਗੱਲ ਹੈ ਉਹ ਹੋਏਗੀ। ਇਸ ਤੋਂ ਇਲਾਵਾ ਕਾਫੀ ਲੋਕਾਂ ਨੇ ਇਸ ਵਿੱਚ ਹੱਕ ਵਿੱਚ ਵੋਟਾਂ ਵੀ ਪਾਈਆਂ। ਠੀਕ ਹੈ, ਪਹਿਲਾਂ ਤਾਂ ਜਿਹੜੇ ਉਪ ਰਾਸ਼ਟਰਪਤੀ ਸੀਗੇ ਮਾਈਕ ਪੇਂਸ, ਉਹਨਾਂ ਨੇ ਮਨਾ ਕਰ ਦਿੱਤਾ ਕਿ ਬਈ ਮੈਂ ਇੱਦਾਂ ਨਹੀਂ ਹੋਣ ਦੇਣਾ, ਪਰ ਜਿਹੜਾ ਸਦਨ ਹੈ, ਅਮਰੀਕੀ ਸਦਨ ਹੈ, ਉਸਨੇ ਹੁਣ ਵੋਟ ਪਾ ਦਿੱਤੀ, ਉਸਨੇ ਮਤਾ ਪਾਸ ਕਰ ਦਿੱਤਾ ਕਿ ਹਾਂ ਵੀ ਅਸੀਂ ਡੋਨਲਡ ਟਰੰਪ ਸਾਹਿਬ ਨੂੰ ਉਹਨਾਂ ਦੇ ਜਿਹੜੇ ਕੁਝ ਕੁ ਦਿਨ ਰਹਿ ਗਏ ਨੇ, ਹੈ ਨਾ, ਉਹ ਵੀ ਆਪਾਂ ਚੱਜ ਨਾਲ ਨਹੀਂ ਰਹਿਣ ਦੇਣੇ, ਕਿਉਂਕਿ ਉਹਨਾਂ ਨੇ ਜਿਹੜਾ ਕੰਮ ਕੀਤਾ ਵਾਕਈ ਮਾੜਾ ਕੰਮ ਕੀਤਾ। ਇੱਕ ਤਰ੍ਹਾਂ ਦਾ ਹਿੰਸਾ ਦਾ ਪੂਰਾ ਜਿਹੜਾ ਕ੍ਰੈਡਿਟ ਹੈ ਉਸ ਦਾ ਟਰੰਪ ਸਾਹਿਬ ਨੂੰ ਜਾਂਦਾ ਹੈ। ਇਸ ਕਰਕੇ ਉਹ ਰਹਿੰਦੇ ਦਿਨ ਵੀ ਉਹਨਾਂ ਨੂੰ ਉਹਦੀ ਕੁਰਸੀ ਤੋਂ ਲਾ ਦਿੱਤਾ ਜਾਏਗਾ। ਸੋ ਪੂਰੀ ਦੁਨੀਆ ਦੀ ਕਿਸੇ ਵੀ ਹਿਸਟਰੀ ਦੇ ਵਿੱਚ ਸਭ ਤੋਂ ਮੈਂ ਕਹਿੰਦਾ ਇੱਕ ਸ਼ਰਮ ਵਾਲੀ ਗੱਲ ਹੋਏਗੀ, ਇੱਕ ਰਾਸ਼ਟਰਪਤੀ ਜਿਹੜਾ ਹੈ, ਜਿਹੜੇ ਕੁਝ ਕੁ ਦਿਨ ਰਹਿ ਗਏ ਨੇ, ਉਹਨਾਂ ਨੂੰ ਉਹ ਦਿਨਾਂ ਦੇ ਵਿੱਚ ਵੀ ਉਹਨਾਂ ਦੀ ਕੁਰਸੀ ਤੋਂ ਲਾ ਦਿੱਤਾ ਜਾਂਦਾ ਹੈ, ਉਹਨਾਂ ਨੂੰ ਬੇਇੱਜ਼ਤ ਕਰ ਦਿੱਤਾ ਜਾਂਦਾ ਹੈ। ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੇ ਰਾਸ਼ਟਰਪਤੀ ਹਨ ਟਰੰਪ, ਜਿਨ੍ਹਾਂ ਦੇ ਉੱਤੇ ਮਹਾਅਭਿਦੋਸ਼ ਲਗਾ ਕੇ ਉਹਨਾਂ ਨੂੰ ਉਹਨਾਂ ਦੇ ਕਾਰਜਕਾਲ ਤੋਂ ਪਹਿਲਾਂ ਕੁਰਸੀ ਤੋਂ ਉਤਾਰਨ ਦੀ ਗੱਲ ਉੱਠੀ ਹੈ। ਔਰ ਇੱਕ ਚੀਜ਼ ਦੀ ਖੁਸ਼ੀ ਵੀ ਹੁੰਦੀ ਹੈ ਕਿ ਚਲੋ ਜੇ ਉਹਨਾਂ ਨੇ ਜ਼ੁਲਮ ਕੀਤਾ ਹੈ ਤਾਂ ਉਹਨਾਂ ਦੇ ਖਿਲਾਫ ਆਵਾਜ਼ ਵੀ ਉੱਠੀ। ਔਰ ਹੁਣ ਤਾਂ YouTube ਨੇ ਵੀ ਉਹਨਾਂ ਦੇ ਉੱਪਰ ਬੈਨ ਲਗਾ ਦਿੱਤਾ। ਪਹਿਲਾਂ ਤਾਂ ਟਵਿੱਟਰ ਐਂਡ ਇੰਸਟਾਗ੍ਰਾਮ, ਫੇਸਬੁੱਕ ਲਗਾ ਰਹੇ ਸੀ, ਹੁਣ YouTube ਨੇ ਵੀ ਲਗਾ ਦਿੱਤਾ। ਔਰ 20 ਜਨਵਰੀ ਤੱਕ ਜਦੋਂ ਤੱਕ ਜੋ ਬਿਡੇਨ ਆਪਣਾ ਸਹੁੰ ਚੁੱਕ ਸਮਾਗਮ ਪੂਰਾ ਨਹੀਂ ਕਰ ਲੈਂਦੇ ਉਨੀ ਦੇਰ ਤੱਕ ਟਰੰਪ ਦੇ ਉੱਤੇ ਲੱਗੇ ਹੋਏ ਇਹ ਜਿਹੜੇ ਬੈਨ ਨੇ ਨਹੀਂ ਹਟਣਗੇ। ਇੱਕ ਦੁਨੀਆ ਦੀ ਪਾਵਰ ਹੈ ਅਮਰੀਕਾ, ਹੈ ਨਾ, ਜਦੋਂ ਵੀ ਕਿਤੇ ਸੁਪਰੀਮ ਪਾਵਰ ਨੇਸ਼ਨਸ ਦੀ ਗੱਲ ਆਉਂਦੀ ਹੈ ਤਾਂ ਅਮਰੀਕਾ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਔਰ ਉੱਥੋਂ ਦੇ ਰਾਸ਼ਟਰਪਤੀ ਨੂੰ ਤਾਂ ਸਾਰੀ ਦੁਨੀਆ ਦਾ ਧਿਆਨ ਖਿੱਚਣਾ ਹੁੰਦਾ ਉੱਥੋਂ ਦੇ ਰਾਸ਼ਟਰਪਤੀ ਨੇ ਕਿ ਅਮਰੀਕਾ ਦਾ ਰਾਸ਼ਟਰਪਤੀ ਕੀ ਕਰ ਰਿਹਾ। ਔਰ ਅਮਰੀਕਾ ਦੇ ਰਾਸ਼ਟਰਪਤੀ ਦੇ ਉੱਤੇ ਇੱਦਾਂ ਦੀਆਂ ਪਾਬੰਦੀਆਂ ਲੱਗਣਾ ਇਹ ਤਾਂ ਬਹੁਤ ਹੀ ਜ਼ਿਆਦਾ ਦੁਖਦ ਖਬਰ ਕਹਿ ਲਓ, ਸ਼ਰਮ ਦੀ ਗੱਲ ਕਹਿ ਲਓ, ਹੈ ਨਾ, ਇਹ ਤਾਂ ਹੈ। ਪਰ ਦੇਖੋ ਹੁਣ ਆਉਣ ਵਾਲਾ ਜਿਹੜਾ ਸਮਾਂ ਉਹ ਸੁਖਾਲਾ ਹੋਵੇ ਅਮਰੀਕਾ ਦੇ ਲਈ। ਔਰ ਸਾਰੇ ਜਾਣੇ ਉਮੀਦ ਕਰਦੇ ਨੇ ਕਿ ਜੋ ਬਿਡੇਨ ਦਾ ਸ਼ਾਸਨ ਕਾਲ ਹੈ ਉਸ ਦੇ ਦੌਰਾਨ ਜਿੰਨੀਆਂ ਵੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਅਮਰੀਕਾ ਨੂੰ, ਉਸ ਦੌਰਾਨ ਹੁਣ ਨਾ ਕਰਨਾ ਪਵੇ। ਇਸ ਤੋਂ ਇਲਾਵਾ ਬਰੂਨ ਇੱਕ ਹੋਰ ਜਿਹੜੀ ਅਪਡੇਟ ਹੈ ਕਿ ਹੁਣ ਅਮਰੀਕਾ ਤੇ ਵਾਪਸ ਆਉਣ ਵਾਲੇ ਜਿਹੜੇ ਕਾਫੀ ਸਾਰੇ ਪੰਜਾਬੀ ਜਾਂ ਹੋਰ ਵੀ ਜਿਹੜੇ ਲੋਕ ਨੇ ਉੱਥੇ ਜਿਹੜੇ ਘੁੰਮਦੇ ਫਿਰਦੇ ਨੇ, ਉਹ ਹੁਣ ਜਦੋਂ ਵੀ ਵਾਪਸ ਆਉਣਗੇ ਤਾਂ ਉਹਨਾਂ ਨੂੰ ਆਪਣੀ ਜਿਹੜੀ ਕਰੋਨਾ ਰਿਪੋਰਟ ਹੈ ਉਹ ਨੈਗੇਟਿਵ ਦਿਖਾਣੀ ਪਏਗੀ। ਕਾਰਨ ਇਹ ਹੈ ਕਿ ਅਮਰੀਕਾ ਦੇ ਵਿੱਚ ਜਿਹੜੇ ਕਰੋਨਾ ਦੇ ਜਿਹੜੇ ਕੇਸ ਨੇ ਉਹ ਲਗਾਤਾਰ ਵੱਧਦੇ ਜਾ ਰਹੇ ਨੇ, ਜਿਸ ਕਰਕੇ ਹੁਣ ਜਾਣ ਤੋਂ ਪਹਿਲਾਂ ਤਾਂ ਜਿਹੜਾ ਕੋਵਿਡ ਟੈਸਟ ਹੈ ਉਹ ਕਰਾਉਣਾ ਹੀ ਪੈਂਦਾ ਸੀਗਾ। ਹੁਣ ਆਉਣ ਵੇਲੇ ਵੀ ਉਹਨਾਂ ਨੂੰ 72 ਘੰਟੇ ਪਹਿਲਾਂ ਦਾ ਜਿਹੜਾ ਟੈਸਟ ਹੈ ਉਹ ਦਿਖਾਉਣਾ ਪਵੇਗਾ, ਤਾਂ ਹੀ ਉਹਨਾਂ ਨੂੰ ਅਮਰੀਕਾ ਵਿੱਚ ਐਂਟਰੀ ਮਿਲੇਗੀ। ਅਦਰਵਾਈਜ਼ ਜਿਹੜੀ ਉਹਨਾਂ ਨੂੰ ਐਂਟਰੀ ਹੈ ਉਹ ਨਹੀਂ ਮਿਲੇਗੀ। ਸੋ ਕਾਫੀ ਸਾਰੇ ਹੋਰਾਂ ਵੀ ਦੇਸ਼ਾਂ ਦੇ ਵਿੱਚ ਜਿਹੜੀ ਸੇਮ ਜਿਹੜੇ ਰੂਲ ਹੈ ਉਹ ਲਾਗੂ ਨੇ, ਕਿਉਂਕਿ ਜਿਹੜੇ ਕੇਸ ਨੇ ਉਹ ਲਗਾਤਾਰ ਵੱਧਦੇ ਜਾ ਰਹੇ ਨੇ। ਨੋ ਡਾਊਟ ਅਸੀਂ ਇਸ ਟਾਈਮ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ, ਇਸ ਤੋਂ ਇਲਾਵਾ ਟਰੰਪ ਦੇ ਜਿਹੜੇ ਹੋਰਾਂ ਕਾਰਨਾਂ ਕਰਕੇ ਜਿਹੜੇ ਹਿੰਸਾ ਹੋਈ ਉਹਦੀ ਗੱਲ ਕਰਦੇ ਹਾਂ, ਬਟ ਸੇਮ ਟਾਈਮ ਤੇ ਅਸੀਂ 1 ਸਾਲ ਤੋਂ ਜਿਹਨੂੰ ਅਸੀਂ ਫੇਸ ਕਰ ਰਹੇ ਹਾਂ, ਜਿਹਨੂੰ ਬਰਦਾਸ਼ਤ ਕਰ ਰਹੇ ਹਾਂ, ਜਿਹਨੂੰ ਹੰਢਾ ਰਹੇ ਹਾਂ, ਕਰੋਨਾ ਦੀ ਮੈਂ ਗੱਲ ਕਰ ਰਿਹਾ, ਉਹਦੇ ਤੇ ਵੀ ਧਿਆਨ ਦੇਣਾ ਚਾਹੀਦਾ। ਐਂਡ ਉਹਦੇ ਜਿਹੜੇ ਰੂਲਸ ਨੇ, ਰੈਗੂਲੇਸ਼ਨਸ ਨੇ, ਉਹ ਵੀ ਜਿਹੜੇ ਨੇ ਸਖਤ ਹੁੰਦੇ ਜਾ ਰਹੇ ਨੇ ਹਰ ਇੱਕ ਦੇਸ਼ ਦੇ ਅਕੋਰਡਿੰਗ। ਸੋ ਅਮਰੀਕਾ ਦੀ ਜਿਹੜਾ ਨਵਾਂ ਰੂਲ ਹੈ ਉਹ ਕਾਫੀ ਮੈਂ ਕਹਿੰਦਾ ਹਰ ਇੱਕ ਨੂੰ ਝਟਕਾ ਜ਼ਰੂਰ ਲੱਗਾ ਹੋਏਗਾ ਥੋੜ੍ਹਾ ਬਹੁਤਾ, ਕਿਉਂਕਿ ਹਰ ਕੋਈ ਜਿਹੜਾ ਹੈ ਘੁੰਮਦਾ ਫਿਰਦਾ ਹੈ। ਕਾਫੀ ਸਾਰੇ ਪੰਜਾਬੀ ਜਿਹੜੇ ਨੇ ਉਹ ਇਸ ਵਕਤ ਇਸ ਪੀਕ ਟਾਈਮ ਦੇ ਵਿੱਚ ਦਸੰਬਰ ਜਾਂ ਜਨਵਰੀ ਦੇ ਵਿੱਚ ਭਾਰਤ ਆਏ ਹੁੰਦੇ ਨੇ। ਉਹ ਜੇ ਦੁਬਾਰਾ ਜਦੋਂ ਮੁੜਨਗੇ ਉਹਨਾਂ ਨੂੰ ਖਾਸ ਧਿਆਨ ਰੱਖਣਾ ਪਵੇਗਾ ਕਿ ਜਿਹੜੀ ਮੇਰੀ ਰਿਪੋਰਟ ਹੈ ਉਹ ਨੈਗੇਟਿਵ ਹੋਵੇ, ਕਿਉਂਕਿ ਕਈ ਵਾਰ ਕਈਆਂ ਕੇਸਾਂ ਦੇ ਵਿੱਚ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਨਹੀਂ ਪਤਾ ਚੱਲਦਾ ਕਿ ਹਾਂ ਵੀ ਉਹ ਕਰੋਨਾ ਤੋਂ ਸੰਕਰਮਿਤ ਹੋ ਚੁੱਕੇ ਨੇ। ਸੋ ਜੇਕਰ ਬਾਈ ਚਾਂਸ ਉਹਨਾਂ ਦੀ ਰਿਪੋਰਟ ਪੋਜ਼ੀਟਿਵ ਆਉਂਦੀ ਹੈ ਤਾਂ ਉਹਨਾਂ ਨੂੰ ਵੱਖਰਾ ਉਹਨਾਂ ਨੂੰ ਆਈਸੋਲੇਟ ਕਰਨਾ ਪਏਗਾ, ਵੱਖਰਾ ਕੁਆਰੰਟਾਈਨ ਹੋਣਾ ਪਏਗਾ, ਦੈਨ ਦੁਬਾਰਾ ਕਰਨਾ ਪਏਗਾ। ਸੋ ਲੰਬਾ ਪ੍ਰੋਸੈਸ ਅਸੀਂ ਕਹਿ ਸਕਦੇ ਹਾਂ ਕਿ ਹਾਂ ਵੀ ਹੋ ਸਕਦਾ ਐਂਡ ਵੱਡੇ ਦੇਸ਼ ਨੇ ਵੱਡੀ ਜਿਹੜਾ ਸਟੈਪ ਹੈ ਉਸ ਨੂੰ ਚੁੱਕ ਲਿਆ। ਓਨਟਾਰੀਓ ਦੇ ਵਿੱਚ ਵੀ ਪੂਰੇ ਤਰੀਕੇ ਦੇ ਨਾਲ ਲਾਕਡਾਊਨ ਲੱਗ ਚੁੱਕਿਆ ਹੈ। ਜੇ ਤੁਸੀਂ ਕੰਮ ਤੋਂ ਬਿਨਾਂ ਬਾਹਰ ਨਿਕਲਦੇ ਹੋ ਤਾਂ ਪ੍ਰਸ਼ਾਸਨ ਤੁਹਾਡੇ ਤੇ ਸਖਤ ਕਾਰਵਾਈ ਕਰ ਸਕਦਾ ਹੈ। ਔਰ ਪ੍ਰਸ਼ਾਸਨ ਨੇ ਨਿਰਦੇਸ਼ ਦੇ ਦਿੱਤੇ ਨੇ
ontario ਦੇ ਨੇ ਕਿ ਤੁਸੀਂ ਕਿਹੜੀਆਂ ਚੀਜ਼ਾਂ ਦੇ ਲਈ, ਮੈਡੀਕਲ ਦੇ ਲਈ, ਘਰ ਦਾ ਜ਼ਰੂਰੀ ਸਮਾਨ ਲੈਣ ਦੇ ਲਈ ਹੀ ਬਾਹਰ ਨਿਕਲ ਸਕਦੇ ਹੋ, ਘੁੰਮਣ ਫਿਰਨ ਦੇ ਲਈ ਤੁਸੀਂ ਬਾਹਰ ਨਹੀਂ ਜਾ ਸਕਦੇ ਹੋ, ਸਖਤ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ। ਹਾਲਾਤ ਇਹੋ ਜਿਹੇ ਬਣ ਗਏ ਨੇ ਕਿ ਸਰਕਾਰਾਂ ਨੂੰ ਸਖਤ ਕਦਮ ਚੁੱਕਣੇ ਪੈ ਰਹੇ ਨੇ, ਕਿਉਂਕਿ ਲੋਕੀ ਵੀ ਕਈ ਵਾਰ ਢਿੱਲ ਕਰ ਜਾਂਦੀ ਹੈ, ਇਸ ਦੇ ਵਿੱਚ ਕੋਈ ਸ਼ੱਕ ਹੈ ਨਹੀਂ। ਔਰ ਜਿਸ ਤਰੀਕੇ ਦੇ ਨਾਲ ਅਮਰੀਕਾ ਨੇ ਜਿਹੜਾ ਕਦਮ ਚੁੱਕਿਆ, ਮੈਂ ਇਸ ਨੂੰ ਸ਼ਲਾਘਾਯੋਗ ਕਦਮ ਕਹਾਂਗੀ, ਬਿਕੋਜ਼ ਜੇ ਸ਼ਲਾਘਾਯੋਗ ਕਦਮ ਇਸ ਲਈ ਹੈ ਕਿਉਂਕਿ ਤੁਹਾਡੇ ਨਾਲ ਪਲੇਨ ਦੇ ਵਿੱਚ ਹੋਰ ਵੀ ਬਹੁਤ ਸਾਰੇ ਯਾਤਰੀਆਂ ਨੇ ਸਫ਼ਰ ਕਰਨਾ ਹੁੰਦਾ ਹੈ, ਤੇ ਜੇ ਖੁਦਾ ਨਾ ਖਾਸਤਾ ਕਿਸੇ ਨੂੰ ਵਿੱਚੋਂ ਕਰੋਨਾ ਹੋਵੇ ਤੇ ਬਾਕੀ ਵੀ ਇਸ ਦੇ ਨਾਲ ਸੰਕਰਮਿਤ ਹੋ ਸਕਦੇ ਨੇ। ਔਰ ਪਾਇਲਟ ਐਂਡ 에ਅਰ ਹੋਸਟਸ ਜਿਹੜੇ ਹੁੰਦੇ ਨੇ, ਉਹਨਾਂ ਨੇ ਤਾਂ ਹਰ ਰੋਜ਼ ਕਿੰਨੇ ਲੋਕਾਂ ਦੇ ਨਾਲ ਡੀਲ ਕਰਨਾ ਹੈ, ਇਹ ਤਾਂ ਫਿਰ ਦਿਨੋਂ ਦਿਨ ਫੈਲ ਜਾਏਗਾ। ਇਸ ਨੂੰ ਕਰੋਨਾ ਨੂੰ ਕੰਟਰੋਲ ਕਰਨ ਦਾ ਇੱਕ ਵਧੀਆ ਤਰੀਕਾ ਹੈ। ਸੋ ਪਰ ਹੁਣ ਇੱਕ ਹੋਰ ਗੱਲ ਜਿਹੜੀ ਹੈ, ਮੰਦਭਾਗੀ ਜਿਹੜੀ ਖਬਰ ਹੈ ਉਹ ਸਾਹਮਣੇ ਆ ਰਹੀ ਕੈਨੇਡਾ ਤੋਂ, ਕਿ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਇੱਕ ਲੜਾਈ ਹੁੰਦੀ ਹੈ, ਇੱਕ ਗੈਂਗਵਾਰ ਹੁੰਦਾ ਜਿਸ ਵਿੱਚ 3 ਪੰਜਾਬੀ ਮਾਰੇ ਜਾਂਦੇ ਨੇ। ਸੋ ਇਹ ਗੱਲ ਕੋਈ ਨਵੀਂ ਨਹੀਂ ਹੈ, ਕੈਨੇਡਾ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਹੜਾ ਗੈਂਗਵਾਰ ਹੈ ਉਹ ਚੱਲਦਾ ਰਹਿੰਦਾ ਹੈ, ਜਿਸ ਕਰਕੇ ਕਾਫੀ ਪੰਜਾਬੀ ਨੌਜਵਾਨਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਸੋ ਮਤਲਬ ਬਗਾਨੇ ਦੇਸ਼ ਵਿੱਚ ਜਾ ਕੇ ਹਰ ਕੋਈ ਜਿਹੜੇ ਉਹਨਾਂ ਦੇ ਮਾਂ ਪਿਓ ਨੇ ਉਹ ਇਹੀ ਉਮੀਦ ਕਰਦੇ ਨੇ ਕਿ ਜਿਹੜੇ ਉਹਨਾਂ ਦੇ ਬੱਚੇ ਨੇ ਉਹ ਬਾਹਰ ਜਾ ਕੇ ਮਿਹਨਤਾਂ ਕਰ ਰਹੇ ਨੇ, ਪੈਸੇ ਕਮਾ ਰਹੇ ਨੇ, ਤੇ ਉੱਥੇ ਜਾ ਕੇ ਬੱਚਿਆਂ ਨੂੰ ਜਿਹੜੇ ਆਹ ਕੰਮ ਨੇ ਉਹ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ। ਬਿਲਕੁਲ, ਬਿਕੋਜ਼ ਮਾਂ-ਬਾਪ ਇੱਥੋਂ ਬੜੀਆਂ ਉਮੀਦਾਂ ਦੇ ਨਾਲ ਭੇਜਦੇ ਨੇ। ਔਰ ਦੇਖੋ, ਬੱਚਿਆਂ ਦੀ ਵੀ ਆਪਣੀ ਲਾਈਫ ਹੁੰਦੀ ਹੈ, ਔਰ ਬੱਚੇ ਵੀ ਆਪਣੇ ਜੀਵਨ ਦੇ ਵਿੱਚ ਕੁਝ ਹਾਸਿਲ ਕਰਨਾ ਚਾਹੁੰਦੇ ਨੇ। ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਮਾਂ-ਬਾਪ ਉਹਨਾਂ ਨੂੰ ਬਾਹਰ ਭੇਜਦੇ ਨੇ ਕਿ ਸਾਡੇ ਬੱਚੇ ਚਾਹੁੰਦੇ ਨੇ ਅਸੀਂ ਬਾਹਰ ਜਾਈਏ ਔਰ ਉੱਥੇ ਕੁਝ ਆਪਣਾ ਹਾਸਿਲ ਕਰ ਸਕੀਏ, ਫਿਊਚਰ ਬਣਾ ਸਕੀਏ, ਜਾਂ ਆਪਣੇ ਟੈਲੈਂਟ ਨੂੰ ਸ਼ੋਅ ਕਰ ਸਕੀਏ। ਤੇ ਇੱਦਾਂ ਦੇ ਹਾਲਾਤਾਂ ਦੇ ਵਿੱਚ ਉੱਥੇ ਜਾ ਕੇ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ, ਉਹਨਾਂ ਲੋਕਾਂ ਦਾ ਵੀ ਦਿਲ ਟੁੱਟਦਾ ਹੈ ਜਿਨ੍ਹਾਂ ਦੇ ਬੱਚੇ ਆਲਰੇਡੀ ਬਾਹਰ ਨੇ, ਤੇ ਉਹਨਾਂ ਲੋਕਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ ਜਿਨ੍ਹਾਂ ਨੇ ਹਲੇ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਹੈ, ਕਿਉਂਕਿ ਇਹੋ ਜਿਹੇ ਕਦਮ ਕਿਸੇ ਦੇ ਫਿਊਚਰ ਦੇ ਉੱਤੇ ਨੁਕਸਾਨ ਪਾ ਸਕਦੇ ਨੇ। ਮਾਂ-ਬਾਪ ਘਬਰਾ ਜਾਂਦੇ ਨੇ, ਉੱਥੇ ਜਾ ਕੇ ਇੱਦਾਂ ਦਾ ਮਾਹੌਲ ਬਣਨ ਲੱਗ ਗਿਆ ਹੈ। ਇਹ ਸਿਰਫ ਉਸ ਗਲਤ ਕੰਮ ਕਰਨ ਵਾਲੇ ਦੀ ਇਮੇਜ ਨੂੰ ਹੀ ਖਰਾਬ ਨਹੀਂ ਕਰ ਰਿਹਾ, ਹੋਰ ਵੀ ਬਹੁਤ ਸਾਰੇ ਨੌਜਵਾਨਾਂ ਦੇ ਰਾਹ ਰੋਕਣ ਦਾ ਵੀ ਕੰਮ ਕਰਦਾ ਹੈ। ਤੇ ਆਪਾਂ ਨੂੰ ਵੀ ਹੁਣ ਇੱਥੇ ਰੁਕਣਾ ਪੈਣਾ ਹੈ, ਕਿਉਂਕਿ ਪ੍ਰੋਗਰਾਮ ਮੁੱਦਾ ਜਿਹੜਾ ਹੈ ਇੱਥੇ ਖਤਮ ਹੋ ਰਿਹਾ ਹੈ। ਤੁਸੀਂ ਸਾਡਾ ਪੰਜਾਬ ਮੇਲ USA ਦਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਕਿਸੇ ਵੀ ਪ੍ਰੋਗਰਾਮ ਦੇ ਨਾਲ ਰਿਲੇਟਡ ਕੋਈ ਵੀ ਤੁਹਾਡੇ ਸੁਝਾਅ ਹਨ, ਸਵਾਲ ਹਨ, ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਫਿਲਹਾਲ ਮੋਹਿਤ ਤੇ ਬਰੂ ਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।